ਜ਼ਮੀਨ ਨਾਲ ਉਸ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਕਿ ਉਸ ਨੂੰ ਕੈਮੀਕਲ ਫਰਟੀਲਾਈਜ਼ਰ ਵੱਲ ਧੱਕਿਆ ਜਾਵੇ। ਜਦੋਂ ਕਿ ਅਮਰੀਕਨ ਇੰਪੀਰੀਅਲਿਜ਼ਮ ਜਿਹੜਾ ਉੱਭਰ ਰਿਹਾ ਸੀ, ਜਾਂ ਜਿਹੜੀਆਂ ਉਹ ਅਮਰੀਕਨ ਮਲਟੀਨੈਸ਼ਨਲ ਅਮਰੀਕਨ ਕੰਪਨੀ ਸਨ, ਜਿਹੜੀਆਂ ਕਾਰਪੋਰੇਟ ਬਣਨਾ ਚਾਹੁੰਦੀਆਂ ਸਨ ਜਾਂ ਬਣਨ ਜਾ ਰਹੀਆਂ ਸਨ, ਉਹਨਾਂ ਦਾ ਪ੍ਰੋਜੈਕਟ ਸੀ ਕਿ ਇਸ ਅਮਰੀਕਾ ਦੇ ਵਿੱਚ ਇਹਨੂੰ ਵਧਾ ਕੇ ਮਤਲਬ ਵੇਚਿਆ ਜਾਵੇ ਸਾਰੀ ਦੁਨੀਆ 'ਚ ਇਸ ਦੀ ਪ੍ਰੋਡਕਸ਼ਨ ਨੂੰ। ਔਰ ਹੋਇਆ ਕਿ ਜਿਹੜਾ ਬ੍ਰਿਟਿਸ਼ ਸੀਗਾ ਪੰਜਾਬ ਦਾ, ਉਹ ਕਾਮਯਾਬ ਰਿਹਾ। ਉਸਨੇ ਧਰਤੀ ਨੂੰ ਖਰਾਬ ਨਹੀਂ ਕੀਤਾ, ਕਿਉਂਕਿ ਉਹ ਨਹਿਰੀ ਪਾਣੀ ਨਾਲ ਚੱਲ ਰਿਹਾ ਸੀ ਅਤੇ ਬਹੁਤਾ ਕੋਈ ਫਰਟੀਲਾਈਜ਼ਰ ਯੂਜ਼ ਨਹੀਂ ਸੀ ਹੋ ਰਿਹਾ। ਉਹ ਅੰਗਰੇਜ਼ਾਂ ਨੂੰ ਖੁਦ ਵੀ ਉਸ ਦੀ ਲੋੜ ਸੀਗੀ, ਕਿਉਂਕਿ ਉਹ ਇੱਥੋਂ ਸਾਰੇ ਦਾ ਸਾਰਾ ਰਾ ਮਟੀਰੀਅਲ ਲੈ ਕੇ ਜਾਂਦੇ ਸਨ, ਉਹਨਾਂ ਦੇ ਸਰੋਕਾਰ ਸਨ। ਪਰ ਜਿਹੜਾ ਅਮਰੀਕਾ ਦੇ ਵਿੱਚ ਸੀ, ਉਹ ਉਹਨਾਂ ਨੇ ਵੇਚਣ ਲਈ ਹੀ ਸਾਰਾ ਕੁਝ ਇੱਕ ਪ੍ਰੋਜੈਕਟ ਲਿਆਂਦਾ ਗਿਆ। ਇੱਕ ਐਸੀ ਸੱਭਿਅਤਾ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀ 1890 ਤੋਂ 1900 ਤੱਕ ਉਹਨਾਂ ਨੂੰ ਵਸਾਇਆ, ਔਰ 1930 ਤੱਕ ਆਉਂਦਿਆਂ ਸਾਰੀ ਦਾ ਸਾਰਾ ਧਰਤੀ ਤਬਾਹ ਕਰ ਦਿੱਤੀ। ਉਹ ਜਿਹੜੇ ਉੱਥੋਂ ਦੇ ਲੋਕ ਸਨ, ਉੱਥੋਂ ਛੱਡ ਕੇ ਭੱਜ ਗਏ, ਫਸਲਾਂ ਉਸੇ ਤਰ੍ਹਾਂ ਛੱਡ ਕੇ ਭੱਜ ਗਏ। ਇੰਨੀਆਂ ਸੁੰਡੀਆਂ, ਇੰਨੀ ਬਿਮਾਰੀਆਂ ਪੈਦਾ ਹੋ ਗਈਆਂ। ਔਰ ਉਸ ਤੋਂ ਬਾਅਦ ਅਮਰੀਕਨ ਉੱਥੇ ਬਹੁਤ ਇਨਵਾਇਰਮੈਂਟਲਿਸਟਾਂ ਨੇ ਬਹੁਤ ਰੌਲਾ ਪਾਇਆ, ਔਰ ਉੱਥੇ ਉਹਦੀ ਜਾਂਚ ਹੋਈ, ਔਰ ਉਸ ਜਾਂਚ ਦੀ ਰਿਪੋਰਟ ਮੈਂ ਪੜ੍ਹ ਕੇ ਸੁਣਾਉਣਾ ਹੈ, ਬੜੀ ਦਿਲਚਸਪ ਹੈ। ਤੋਂ 1900 ਦੇ ਅਰਸੇ ਦੌਰਾਨ ਜਦੋਂ ਹਜ਼ਾਰਾਂ ਕਿਸਾਨ ਓਕਲਹਾਮਾ ਵਿੱਚ ਵਸੇਬਾ ਕਰਨ ਜਾ ਰਹੇ ਸਨ, ਉਹਨਾਂ ਨੂੰ ਲੱਗਦਾ ਸੀ ਉਹ ਇੱਕ ਅਜਿਹੀ ਖੇਤੀ ਸਭਿਅਤਾ ਦੀ ਨੀਂਹ ਧਰਨ ਜਾ ਰਹੇ ਹਨ ਜੋ ਮਿਸਰ ਦੀ ਸਭਿਅਤਾ ਵਾਂਗ ਸਦੀਆਂ ਤੱਕ ਨਿਭਣ ਵਾਲੀ ਸਾਬਤ ਹੋਵੇਗੀ। ਇਹਨਾਂ ਬਸ਼ਿੰਦਿਆਂ ਦੇ ਪੋਤੇ ਇੱਥੋਂ ਤੱਕ ਕਿ ਪੁੱਤਾਂ ਤੱਕ ਨੂੰ ਅਹਿਸਾਸ ਨਹੀਂ ਸੀ ਕਿ ਉਹ ਆਪਣੇ ਵਡੇਰਿਆਂ ਦੀ ਕਰਨੀ ਭੁਗਤ ਰਹੇ ਹਨ, ਜਿਨ੍ਹਾਂ ਦੇ ਅਮਲਾਂ ਕਾਰਨ ਜਰਖੇਜ਼ ਧਰਤ ਹੀ ਰੋਗ ਬਣ ਕੇ ਰਹਿ ਗਈ ਹੈ ਤੇ ਜੋ ਬਰਬਾਦ ਹੋ ਕੇ ਬਹੁਤ ਤੇਜ਼ੀ ਨਾਲ ਮਾਰੂਥਲ ਵੜਦੀ ਜਾ ਰਹੀ ਹੈ। ਉਹ ਇਸ ਸਹਿਰਾ ਤੋਂ ਪੈਦਲ ਹੀ ਚੱਲਦੇ ਬਣੇ ਹਨ, ਜਿਨ੍ਹਾਂ ਦੀ ਰੇਤ ਅੱਖਾਂ ਵਿੱਚ ਰੜਕਦੀ ਹੈ, ਵਾਲਾਂ ਵਿੱਚ ਡੇਰਾ ਜਮਾ ਬੈਠੀ ਹੈ ਤੇ ਦੰਦਾਂ ਹੇਠ ਕਿਰਚ ਕਰ ਰਹੀ ਹੈ। ਇਹ ਪੀੜਾਦਾਇਕ ਪੇਸ਼ਾ ਪੱਛਮ ਦੀ ਤਰਫ ਕਿਨਾਰਾ ਕਰ ਗਿਆ ਹੈ ਤੇ ਇਹਦੀ ਸਾਰੀ ਦੀ ਸਾਰੀ ਨਫ਼ਰਤ ਰੱਬੀ ਖਰਾਬ ਦੇ ਮਾਰੇ ਕੋਕੀ ਲੋਕਾਂ ਦੀ ਝੋਲੀ ਪਈ ਹੈ। ਹਾਲਾਂਕਿ ਉਹ ਵਿਚਾਰੇ ਤਾਂ ਬਲੀ ਦੇ ਬੱਕਰੇ ਹਨ। ਜਿਸ ਰੱਬ ਨੇ ਉਹਨਾਂ ਤੇ ਕਹਿਰ ਹਟਾਇਆ, ਉਹ ਸ਼ਾਇਦ ਦੇਵੀ ਸੀ ਜਿਸ ਦਾ ਨਾਮ ਸੌਰਸ ਸੀ, ਡਿਮੀਟਰ ਸੀ, ਮਾਇਆ ਸੀ, ਜਾਂ ਫਿਰ ਕੋਈ ਹੋਰ ਬਹੁਤ ਪੁਰਾਣੀ ਤੇ ਹੋਰ ਵੀ ਭਿਆਨਕ ਦੇਵੀ। ਉਹ ਜਿਸ ਚੀਜ਼ ਲਈ ਫਟਕਾਰੇ ਗਏ, ਉਹ ਉਹਨਾਂ ਦਾ ਆਪਣਾ ਭ੍ਰਿਸ਼ਟਾਚਾਰ ਸੀ, ਕੁਦਰਤ ਪ੍ਰਤੀ ਮੂਲ ਸਰਵਕਰਮ ਪ੍ਰਤੀ ਅਗਿਆਨਤਾ ਸੀ, ਕੁਦਰਤ ਤੇ ਮਨੁੱਖ ਦੇ ਆਪਸੀ ਲੈਣ ਦੇਣ ਦੇ ਸਹਿ ਸੁਭਾਅ ਅਮਲ ਦੀ ਉਲੰਘਣਾ ਸੀ, ਜੋ ਇਸ ਧਰਤ ਤੇ ਜੀਣ ਦਾ ਮੂਲ ਮੰਤਰ ਹੈ। ਤੋ ਇਸ ਰਿਪੋਰਟ 'ਚ ਸਾਫ਼ ਇਹ ਲਿਖਿਆ ਕਿ ਇਹ ਧਰਤੀ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੈ, ਮਨੁੱਖ ਨੇ ਆਪਣੇ ਹੀ ਪੈਰਾਂ 'ਤੇ ਕੁਹਾੜਾ ਮਾਰਿਆ। ਔਰ ਇਸ ਤੋਂ ਬਾਅਦ ਅਮਰੀਕਨ ਸਰਕਾਰ ਨੇ ਇਹ ਵਾਅਦਾ ਕੀਤਾ ਕਿ ਦੁਬਾਰਾ ਗ੍ਰੀਨ ਰੈਵੋਲੂਸ਼ਨ ਕਦੇ ਵੀ ਅਮਰੀਕਾ 'ਚ ਨਹੀਂ ਟਰਾਈ ਕੀਤਾ ਜਾਏਗਾ, USA 'ਚ ਕਦੇ ਦੁਬਾਰਾ ਟਰਾਈ ਨਹੀਂ ਕੀਤਾ ਜਾਏਗਾ। ਔਰ ਇਸ ਤਰ੍ਹਾਂ ਸੈਕੰਡ ਵਰਲਡ ਵਾਰ ਤੱਕ ਆਉਂਦਿਆਂ ਅਮਰੀਕਨ ਜਿਹੜੇ ਸਾਇੰਟਿਸਟ ਸੀ, ਉਹਨਾਂ ਨੂੰ ਲੱਗਦਾ ਸੀ ਕਿ ਕੋਈ ਹੁਣ ਸਾਡੇ ਹੱਥ ਕੁਛ ਨਾ ਕੁਛ ਆ ਰਿਹਾ, ਕਿ ਬ੍ਰਿਟਿਸ਼ ਇੰਪੀਰੀਅਲਿਜ਼ਮ ਤਬਾਹ ਹੋ ਜਾਏਗਾ ਇਸ ਸੈਕੰਡ ਵਰਲਡ ਵਾਰ। ਔਰ 45 ਤੋਂ ਉਹਨਾਂ ਨੇ ਮਾਰਕੋ ਪੋਲੋ ਨੂੰ ਮੈਕਸੀਕੋ ਰਿਸਰਚ ਕਰਨ ਲਈ ਭੇਜਿਆ, ਜਿੱਥੇ ਉਸਨੇ ਸਭ ਤੋਂ ਪਹਿਲਾਂ ਜਿਹੜਾ ਮੱਕੀ ਦਾ ਬੀਜ ਹੈ ਉਸ ਨੂੰ ਹਾਈਬ੍ਰਿਡ ਕਨਵਰਟ ਕੀਤਾ। ਇਸੇ ਤਰ੍ਹਾਂ ਕਣਕ ਨੂੰ ਮੈਕਸੀਕਨ ਕਣਕ ਸਾਡੇ ਕੋਲ ਬਹੁਤ ਆਈ। ਉਹ ਸਾਰੇ ਉਸਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਹਾਈਬ੍ਰਿਡ ਬੀਜ ਦੀ, ਕਿ ਉਦਾਂ ਹੀ ਕਰਨੀ। ਹਾਂਜੀ, ਉਸਦੀ ਜਿਹੜੀ ਸਭ ਤੋਂ ਵੱਡੀ ਉਹਨਾਂ ਇਸ ਨੂੰ ਕਰ ਰਹੇ ਸੀ, ਜਿਹੜੀਆਂ ਕਾਰਪੋਰੇਟ ਸਨ, ਉਹਨਾਂ ਦਾ ਸੀ ਕਿ ਸਾਨੂੰ ਵੱਧ ਤੋਂ ਵੱਧ ਝਾੜ ਪ੍ਰਾਪਤ ਹੋਵੇ।
ਉਹ ਮਨੁੱਖ 'ਤੇ ਕੀ ਅਸਰ ਕਰਦੀ ਹੈ, ਧਰਤੀ 'ਤੇ ਕੀ ਅਸਰ ਕਰਦੀ ਹੈ, ਇਹਦਾ ਉਹਨਾਂ ਨੂੰ ਕੋਈ ਨਹੀਂ, ਜਿਹਨੂੰ GMO ਵੀ ਆਪਾਂ ਕਹਿੰਦੇ ਹਾਂ। ਅਤੇ ਉਹ ਉਸ ਦੇ ਲਈ ਉਹਨਾਂ ਨੇ ਇਸ ਨੂੰ ਬੀਜਾਂ ਨੂੰ ਤਿਆਰ ਕੀਤਾ। ਔਰ ਇਹਦੇ ਵਿੱਚ ਇੱਕ ਬੜੀ ਪ੍ਰੋਬਲਮੈਟਿਕ ਚੀਜ਼ ਹੈ ਇਸ ਬੀਜ 'ਚ ਹੈ ਜਿਹੜੀ, ਉਹ ਹੈ ਕਿ ਜਿਹੜੀ ਚੀਜ਼ ਨੈਚੁਰਲ ਨਹੀਂ ਹੁੰਦੀ, ਅਨਨੈਚੁਰਲ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ, ਉਹ ਮਨੁੱਖ ਦੀ ਮਨੁੱਖ ਉਸ ਨੂੰ ਹਜ਼ਮ ਨਹੀਂ ਕਰ ਸਕਦਾ ਉਸ ਤਰ੍ਹਾਂ। ਉਸ ਦੀ ਜਿਹੜਾ ਸਿਸਟਮ ਆ, ਜਿੱਦਾਂ ਉਹ ਬਾਇਓ ਸਿਸਟਮ ਹੈ, ਉਹ ਉਹਨੂੰ ਹਜ਼ਮ ਨਹੀਂ ਕਰ ਪਾਉਂਦਾ। ਔਰ ਉਸ ਕਰਕੇ ਉਹ ਕੀ ਕਰਦਾ ਕਿ ਹੋਰ ਬਿਮਾਰੀਆਂ 'ਚ ਕਨਵਰਟ ਕਰ ਦਿੱਤਾ ਜਾਂਦਾ। ਔਰ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇਹ ਕੈਂਸਰ ਪੈਦਾ ਕਰਦਾ। ਤਾਂ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਮਰੀਕਾ 'ਚ, ਤੇ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਇਸ ਨੂੰ ਨਹੀਂ ਲਾਗੂ ਕਰਾਂਗੇ। ਪਰ ਉਸ ਦੀ ਉਹਨਾਂ ਨੇ ਮੈਕਸੀਕੋ 'ਚ ਉਸ ਨੂੰ ਤਿਆਰ ਕੀਤਾ। ਔਰ ਉਸ ਤੋਂ ਬਾਅਦ ਬ੍ਰਿਟਿਸ਼ ਇੰਪੀਰੀਅਲਿਜ਼ਮ ਇੱਥੋਂ ਜਾਂਦਾ ਲੱਗਿਆ। ਔਰ ਉਹਨਾਂ ਨੇ ਫਿਰ ਇੰਪੀਰੀਅਲਿਜ਼ਮ ਖਤਮ ਹੋਣੇ ਹੀ ਸ਼ੁਰੂ ਹੋ ਗਏ ਏਸ਼ੀਆ 'ਚ। ਅਤੇ ਉਹਨਾਂ ਨੇ ਇਸ ਖੇਤੀ ਦੇ ਸਿਸਟਮ ਲਈ ਇੰਡੋਨੇਸ਼ੀਆ, ਫਿਲਪਾਈਨ ਔਰ ਭਾਰਤ 'ਚ ਵੀ ਵੱਖ-ਵੱਖ, ਕੇਰਲਾ ਹੈ ਜਾਂ ਆਂਧਰਾ ਪ੍ਰਦੇਸ਼ ਹੈ, ਕੁਛ ਹਿੱਸੇ ਆ ਜਿਨ੍ਹਾਂ 'ਚ ਇੱਕ ਪੰਜਾਬ ਵੀ ਸੀ ਚੁਣਿਆ ਗਿਆ। ਔਰ ਇਹ ਪੰਜਾਬ ਇਕੱਲਾ ਇਹੀ ਨਹੀਂ ਚੁਣਿਆ ਗਿਆ, ਪੰਜਾਬ ਉੱਧਰ ਵਾਲੇ ਪੰਜਾਬ 'ਚ ਵੀ ਹਰੀ ਕ੍ਰਾਂਤੀ ਹੋਈ। ਹੁਣ ਇੱਥੇ ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਰੌਕਫੈਲਰ ਅਤੇ ਫੋਰਡ ਫਾਊਂਡੇਸ਼ਨ ਦੀ ਜਿਹੜੀਆਂ ਦੋ ਵੱਡੀਆਂ ਅਮਰੀਕਨ ਹੈਗੀਆਂ ਨੇ ਤਾਂ ਫਾਊਂਡੇਸ਼ਨਜ਼, ਉਹਨਾਂ ਨੇ ਇਸ ਏਸ਼ੀਆ ਦੀਆਂ ਸਰਕਾਰਾਂ ਨੂੰ ਜੂੜੇ 'ਚ ਫਸਾਉਣਾ ਸ਼ੁਰੂ ਕਰਤਾ ਕਿ ਤਾਂ ਕਿ ਹਰੀ ਕ੍ਰਾਂਤੀ ਨੂੰ ਇਹ ਅੰਜਾਮ ਦਿੱਤਾ ਜਾਵੇ, ਸਿਰੇ ਤੱਕ ਪਹੁੰਚਾਇਆ ਜਾਵੇ। ਤੋ ਉਹਦੇ ਲਈ ਉਹਨਾਂ ਨੇ ਪੰਜਾਬ ਨੂੰ ਇੱਕ ਮੁੱਖ ਖੇਤਰ ਚੁਣਿਆ, ਕਿਉਂਕਿ ਪੰਜਾਬ ਇੱਕ ਸਭ ਤੋਂ ਵੱਧ ਅੰਨ ਪੈਦਾ ਕਰਨ ਵਾਲੀ ਇੱਕ ਜਗ੍ਹਾ ਸੀ। ਔਰ ਇੱਥੇ ਜਿਹੜੀ 12 ਦੇ ਵਿੱਚ ਹਰੀ ਕ੍ਰਾਂਤੀ ਹੋ ਰਹੀ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਕੀ ਕੀਤਾ ਕਿ ਵਾਟਰ ਸਿਸਟਮ ਠੀਕ ਕੀਤਾ ਕਿ ਕੁਦਰਤੀ ਪਾਣੀ ਪਹੁੰਚਾਇਆ ਜਾਵੇ। ਜਿਹੜਾ ਇਸ ਪੰਜਾਬ 'ਚ ਹੋ ਰਿਹਾ ਸੀ, ਉਹ ਪਾਣੀ ਧਰਤੀ ਦੇ ਥੱਲਿਓਂ ਆ ਰਿਹਾ ਸੀ। ਔਰ ਐਟ ਏ ਟਾਈਮ 'ਤੇ ਵੰਦਨਾ ਸ਼ਿਵਾ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਹਾਈਬ੍ਰਿਡ ਬੀਜ ਸੀ ਨਾ, ਇਹ ਸੈਂਟਰ ਨੂੰ ਮਜ਼ਬੂਤ ਕਰਦਾ। ਇਸ ਦੀ ਇੱਕ ਪੋਲੀਟਿਕਸ ਸੀ ਕਿ ਕੇਂਦਰੀ ਸੱਤਾ ਨੂੰ ਇਹ ਮਜ਼ਬੂਤ ਕਰਦਾ ਸੀ। ਔਰ ਉਸ ਵੇਲੇ ਇਹ ਗੱਲ ਵਾਕਿਆ ਹੀ ਜਾਪਣ ਲੱਗ ਪਈ ਤੇ ਪੰਜਾਬ ਦੀ ਜਿਹੜੀ ਪੋਲੀਟੀਕਲ ਸਿਸਟਮ ਆ, ਉਹ ਫੈਡਰਲ ਸਿਸਟਮ ਦੀ ਲੜਾਈ ਲੜਨੀ ਉਸਨੇ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਲੱਗਦਾ ਸੀ ਕਿ ਪਾਣੀ ਜਿਹੜਾ ਇਨ ਬਿਟਵੀਨ ਹੀ ਹਰਿਆਣੇ 'ਚ ਵੀ ਉਹ ਤੇ ਉਸ ਵੇਲੇ ਵੱਡੇ ਪੰਜਾਬ 'ਚ ਰਹੀ ਸੀ, ਪਰ ਉਸ ਵੇਲੇ 66 ਦੇ ਵਿੱਚ ਹਰਿਆਣਾ ਵੀ ਵੱਖਰਾ ਕਰ ਦਿੱਤਾ ਗਿਆ ਅਤੇ ਹਰਿਆਣੇ ਨੂੰ ਇੱਕ ਸਿੱਖਾਂ ਨਾਲੋਂ ਵੱਖਰੇ ਪੰਜਾਬੀ ਨਾਲੋਂ ਵੱਖਰੇ ਕਰਕੇ ਉਸ ਨੂੰ ਕੇਂਦਰ ਨੇ ਆਪਣੇ ਕੰਟਰੋਲ 'ਚ ਕਰ ਲਿਆ ਅਤੇ ਉਸ ਨੂੰ ਨਾਲ ਰਲਾਈ ਰੱਖਣ ਲਈ ਪਾਣੀ 'ਤੇ ਕੰਟਰੋਲ ਕਰ ਲਿਆ। ਤਾਂ ਮੇਰੇ ਕਹਿਣ ਤੋਂ ਭਾਵ ਹੈ ਕਿ ਉਹ ਤੇ ਇੱਕ ਉਸ ਦੀ ਪਿਛੋਕੜ ਹੈ ਜਿਹੜਾ ਆਪਾਂ ਇਸ ਨੂੰ ਮੰਨੀਏ। ਪਰ ਇਹਦੇ ਨਾਲ ਹੋ ਕੀ ਰਿਹਾ ਸੀ ਕਿ ਅਨਾਜ ਤਾਂ ਬਹੁਤ ਪੈਦਾ ਹੋ ਗਿਆ, ਪਰ ਅਨਾਜ ਦੀ ਸਾਨੂੰ ਪੰਜਾਬ ਨੂੰ ਉਨੀ ਮੁੱਖ ਲੋੜ ਨਹੀਂ ਸੀ ਜਿੰਨੀ ਕੇਂਦਰ ਨੂੰ ਉਹਦੀ ਲੋੜ ਸੀ। ਔਰ ਅਸੀਂ ਇਸ ਬਲੀ ਦੇ ਬੱਕਰੇ ਅਸੀਂ ਵੀ ਉਸੇ ਤਰ੍ਹਾਂ ਬਣ ਗਏ ਜਿਵੇਂ ਓਕਲਾਹੋਮਾ ਦੇ ਲੋਕ ਬਣੇ, ਉਸੇ ਤਰ੍ਹਾਂ ਅਸੀਂ ਵੀ ਬਲੀ ਦੇ ਬੱਕਰੇ ਬਣੇ। ਔਰ ਸਾਨੂੰ ਸਾਡੇ ਅੰਦਰ ਦੇਸ਼ ਭਗਤੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਅਸੀਂ ਪੰਜਾਬ ਦਾ ਖਿਆਲ ਰੱਖੇ ਬਿਨਾਂ ਹੀ ਸਾਰੀ ਦੁਨੀਆ ਨੂੰ ਸਾਰੀ ਦੁਨੀਆ ਦੀ ਸੇਵਾ ਕਰਨ ਦਾ ਠੇਕਾ ਲਿਆ। ਮੈਂ ਕਹਿੰਦਾ ਕਿ ਕੋਈ ਵੀ ਸੇਵਾ ਕਰਨੀ ਚੰਗੀ ਗੱਲ ਹੈ, ਪਰ ਮਨੁੱਖ ਪਹਿਲਾਂ ਆਪਣੇ ਸਰੀਰ ਨੂੰ ਠੀਕ ਰੱਖੇਗਾ ਤਾਂ ਹੀ ਦੂਸਰਿਆਂ ਨੂੰ ਆਪਣੀ ਚੀਜ਼ ਪਹੁੰਚਾਏਗਾ। ਚਲੋ ਇੱਕ ਵੱਖਰਾ ਹੈ। ਹੋਇਆ ਕਿ ਇਹਦੇ ਨਾਲ ਇੱਕ ਹੁਣ ਦੂਸਰਾ ਪਾਸਾ ਮੈਂ ਗੱਲ ਕਰਦਾ, ਇੱਕ ਕਲਚਰਲ ਆਸਪੈਕਟ ਸੀਗਾ ਕਿ ਅਸੀਂ ਇਕੱਠੇ ਸੀ ਅਤੇ ਪੰਜਾਬ ਦੇ ਉੱਤੇ ਜਿਹੜਾ ਕਲਚਰ ਡੋਮੀਨੇਟ ਕਰਦਾ ਸੀ ਉਹ ਬੜਾ ਐਡਵਾਂਸ ਸੀ। ਉਹ ਲਾਹੌਰ ਉਸਨੂੰ ਅਤੇ ਅੰਮ੍ਰਿਤਸਰ ਉਸਨੂੰ ਐਡਵਾਂਸ ਕਰਦੇ ਸਨ। ਔਰ ਉਹ ਸਾਰੇ ਦੇ ਸਾਰੇ ਪ੍ਰੋਗਰੈਸਿਵ ਮੇਜਰ ਸਨ ਜਿਹੜੇ ਲਾਗੂ ਹੁੰਦੇ ਸੀ ਪੰਜਾਬ ਦੇ ਉੱਤੇ। ਪਰ ਜਦੋਂ ਅਸੀਂ ਵੱਖ ਹੋ ਗਏ ਅਤੇ ਸਾਡਾ ਜਿਹੜਾ ਉਹ ਕਲਚਰਲ ਜਿਹੜਾ ਸੈਂਟਰ ਸੀ ਲਾਹੌਰ, ਉਹ ਹਿੱਲ ਗਿਆ ਅਤੇ ਫਿਰ ਸਾਨੂੰ ਕਲਚਰਲ ਸੈਂਟਰ ਇੱਕ ਨਵਾਂ ਲੱਭਣਾ ਪਿਆ। ਉਹ ਬਣ ਗਿਆ ਉਸ ਵੇਲੇ ਲੁਧਿਆਣਾ। ਹੁਣ ਇੱਕ ਬੰਨੇ 'ਤੇ ਉਹ ਕਲਚਰ ਸੈਂਟਰ ਨਵਾਂ ਆ ਜਿਹਦੇ 'ਤੇ ਮਾਲਵਾ ਡੋਮੀਨੇਟ ਕਰ ਰਿਹਾ। ਔਰ ਮਾਲਵਾ ਜਿਹੜਾ ਸੀ ਉਹ ਜਿਹੜੀਆਂ ਇੱਥੋਂ ਦੀਆਂ ਕਹਿ ਲਓ ਕਿ ਰਿਆਸਤਾਂ ਸਨ, ਰਿਆਸਤਾਂ ਫਿਊਡਲ ਰਿਆਸਤਾਂ ਸਨ, ਔਰ ਉਹਨਾਂ ਦਾ ਫਿਊਡਲ ਹੀ ਕਲਚਰ ਸੀਗਾ।
ਜੇ ਜਿਹੜਾ ਸਾਡੇ ਤੇ ਬਾਕੀ ਪੰਜਾਬ ਤੇ ਡੋਮੀਨੇਟ ਨਹੀਂ ਸੀ ਕਰਦਾ, ਉਹ ਉੱਥੋਂ ਤੱਕ ਹੀ ਸੀਮਤ ਸੀ। ਪਰ ਜਦੋਂ ਹਰੀ ਕ੍ਰਾਂਤੀ ਤੋਂ ਪਹਿਲਾਂ ਜਿਹੜੀ ਪੋਲੀਟੀਕਲ ਪਾਵਰ ਆ ਉਹ ਵੀ ਮਾਝੇ ਕੋਲ ਹੈ, ਪਰ ਜਦੋਂ ਹਰੀ ਕ੍ਰਾਂਤੀ ਵਾਪਰਦੀ ਹੈ ਤੇ ਜਿਹੜੀ ਪੋਲੀਟੀਕਲ ਪਾਵਰ ਆ ਉਹ ਵੀ ਮਾਲਵੇ 'ਚ ਜਾਣੀ ਸ਼ੁਰੂ ਹੋ ਜਾਂਦੀ ਹੈ। ਕਲਚਰ ਜਿਹੜਾ ਉਹ ਡੋਮੀਨੇਟ ਕਰਨਾ ਸ਼ੁਰੂ ਕਰਦਾ, ਉਹ ਵੀ ਮਾਲਵੇ ਦਾ ਕਰਨਾ ਸ਼ੁਰੂ ਕਰ ਦਿੰਦਾ। ਨੰਬਰ 1। ਅੱਛਾ, ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂ ਕਿ ਜਿਹੜਾ ਕੋਈ ਵੀ ਮੋਡ ਆਫ ਪ੍ਰੋਡਕਸ਼ਨ ਬਦਲਦਾ ਹੈ ਨਾ, ਉਹ ਕਿਸ ਪੁਰਾਣੇ ਮੋਡ ਆਫ ਪ੍ਰੋਡਕਸ਼ਨ ਦੇ, ਜਿਸ ਤਰ੍ਹਾਂ ਫਿਊਡਲ ਸਿਸਟਮ ਆ, ਫਿਊਡਲ ਦੇ ਸਿਸਟਮ ਦੇ ਅੰਦਰ ਹੀ ਇੱਕ ਬੁਰਜਵਾਜੀ ਜਾਂ ਕੈਪੀਟਲਿਜ਼ਮ ਡਿਵੈਲਪ ਹੁੰਦਾ, ਜਿਵੇਂ ਯੂਰਪ 'ਚ ਹੋਇਆ। ਤੇ ਮਾਰਕਸ ਕਹਿੰਦਾ ਕਿ ਜੇ ਤੇ ਉਹ ਅੰਦਰੋਂ ਗਰਭ 'ਚੋਂ ਪੈਦਾ ਹੁੰਦਾ ਤੇ ਉਹ ਤੁਹਾਡੇ ਸਰਕਮਸਟੈਂਸਿਸ, এনवायरमेंट ਖੜਾ ਕਰਦਾ, ਤੁਹਾਡੀ ਬੁੱਧੀ ਨੂੰ ਵੀ ਨਾਲ ਨਾਲ ਡਿਵੈਲਪ ਕਰਦਾ ਜਾਂਦਾ, ਤੇ ਕ੍ਰਾਂਤੀ ਵਾਪਰਦੀ ਹੈ ਤੇ ਤੁਹਾਡੇ ਦਿਮਾਗ 'ਚ ਵੀ ਕ੍ਰਾਂਤੀ ਵਾਪਰਦੀ ਹੈ। ਪਰ ਦੂਸਰੇ ਪਾਸੇ ਆ ਕਿ ਇੱਕ ਮੋਡ ਆਫ ਪ੍ਰੋਡਕਸ਼ਨ ਹੈ ਜਿਹੜਾ ਉੱਪਰੋਂ ਪਾਵਰ ਵੱਲੋਂ ਜਾਂ ਸੱਤਾ ਵੱਲੋਂ ਚੇਂਜ ਕੀਤਾ ਜਾਂਦਾ, ਉਹ ਸਾਡੀ ਨੂੰ ਮੈਂਟਲੀ ਪਿਛਾਂਹ ਤੱਕ ਦਿੰਦਾ, ਸਾਡੇ ਕਲਚਰ ਨੂੰ ਜਿਹੜਾ ਨਾ ਬੈਕਵਰਡ ਕਰ ਦਿੰਦਾ, ਹੋਰ ਪਿੱਛੇ ਨੂੰ ਰੱਖ ਦਿੰਦਾ। ਉਸਨੇ ਪੋਲੈਂਡ ਦੀ ਉਦਾਹਰਨ ਦਿੱਤੀ, ਪਰ ਮੈਂ ਇਸ ਨੂੰ ਇਹ ਦੇਖਦਾ ਕਿ ਇਹ ਜਿਹੜਾ ਮੋਡ ਆਫ ਪ੍ਰੋਡਕਸ਼ਨ ਦੀ ਚੇਂਜ ਸੀ ਇਹ ਅਨਨੈਚੁਰਲ ਸੀ, ਨੈਚੁਰਲ ਨਹੀਂ ਸੀਗੀ। ਔਰ ਇਸਨੇ ਕੀ ਕੀਤਾ ਕਿ ਸਾਨੂੰ ਝਾੜ ਤੇ ਬਹੁਤ ਦੇ ਦਿੱਤਾ, ਬੁਰਜੂਆਕਰਨ ਉਹਦਾ ਖੇਤੀ ਦਾ ਬੁਰਜੂਆਕਰਨ ਤੇ ਕਰਤਾ, ਉਤਪਾਦਨ ਦਾ ਬੁਰਜੂਆਕਰਨ ਤੇ ਕਰਤਾ, ਪਰ ਸਾਡੇ ਦਿਮਾਗਾਂ ਦਾ ਹੋਰ ਫਿਊਡਲਾਈਜੇਸ਼ਨ ਕਰਤੀ। ਔਰ ਜਦੋਂ ਮਾਲਵੇ ਦਾ ਫਿਊਡਲ ਕਲਚਰ ਡੋਮੀਨੇਟ ਕਰ ਗਿਆ ਔਰ ਉਹਨਾਂ ਦੀ ਇਕੋਨਮੀ ਡਿਵੈਲਪ ਕਰ ਗਈ, ਤੇ ਉਹ ਉੱਥੋਂ ਦੇ ਉਹ ਜਿਹੜਾ ਪੰਜਾਬੀ ਦੀ ਗਾਇਕੀ ਆ, ਉਸਨੇ ਵੀ ਉਸ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ। ਅੱਛਾ, ਉੱਥੇ ਮਾਲਵੇ ਦੇ ਕਲਚਰ 'ਚ ਬੜਾ ਅਜੀਬੋ-ਗਰੀਬ ਸਿਸਟਮ ਸੀ, ਬਾਕੀ ਪੰਜਾਬ 'ਚ ਉਸ ਤਰ੍ਹਾਂ ਦਾ ਨਹੀਂ ਸੀ, ਕਿ ਉੱਥੇ ਬਹੁਪਤੀ ਮੈਰਿਜ ਹੁੰਦੀਆਂ ਸੀ। ਹਾਲਾਂਕਿ ਉਸ ਮੰਨਿਆ ਹੋਇਆ ਨਹੀਂ ਸੀ, ਮਤਲਬ ਚੁੱਪ ਦੀ ਸਹਿਮਤੀ ਸੀ ਇੱਕ ਕਿਸਮ, ਕਿ 5 ਭਰਾ ਨੇ ਇੱਕ ਵਿਆਹਿਆ ਹੁੰਦਾ ਸੀ, 4 ਭਰਾ ਨੇ ਇੱਕ ਵਿਆਹਿਆ ਹੁੰਦਾ ਸੀ, ਕਿਉਂਕਿ ਜ਼ਮੀਨ ਵੰਡੀ ਨਾ ਜਾਵੇ, ਨੈਚੁਰਲ ਉਹਦੀ ਵੰਡ ਨਾ ਹੋਵੇ ਬਹੁਤੀ, ਇਸ ਕਰਕੇ ਉਹ ਬਹੁਤੀਆਂ ਪਤਨੀਆਂ ਦੀ ਗੱਲ ਹੁੰਦੀ ਨਹੀਂ ਸੀਗੀ, ਪਿੱਕੇ ਨਹੀਂ। ਔਰ ਕੁੜੀਆਂ ਕਿਉਂਕਿ ਬਹੁਤੀਆਂ ਮਾਰ ਵੀ ਦਿੱਤੀਆਂ ਜਾਂਦੀਆਂ ਸੀ, ਇਸ ਕਰਕੇ ਵੀ ਬਹੁਤਾ ਹੈ ਨਹੀਂ ਸੀ। ਔਰ ਇਹ ਜਿਹੜਾ ਇੱਕ ਵੱਡਾ ਮੇਜਰ ਕਾਰਨ ਸੀ, ਇਹਦੇ ਤੇ ਇਹ ਮਤਲਬ ਪੰਜਾਬੀ ਗਾਇਕੀ ਮੈਂ 66 ਤੋਂ ਲੈ ਕੇ ਮਤਲਬ 70 ਤੋਂ ਲੈ ਕੇ ਕਹੋ 80 ਤੱਕ ਆਉਂਦਿਆਂ ਉਸ ਕੋਲ ਇਸ ਤੋਂ ਇਲਾਵਾ ਦੇਰ ਜੇ ਭਾਬੀ ਦੇ, ਜੇਠ ਭਾਬੀ ਦੇ, ਔਰ ਇਸ ਤਰ੍ਹਾਂ ਦੇ ਜਿਹੜੇ ਰਿਸ਼ਤਿਆਂ ਬਾਰੇ ਮਤਲਬ ਸਾਰੇ ਦਾ ਸਾਰਾ ਭੰਡਾਰ ਹੀ ਇਹੀ ਆ, ਉਧਰ ਹੋਰ ਕੋਈ ਗੱਲ ਹੀ ਨਹੀਂ ਹੋ ਰਹੀ ਹੈ। ਮਤਲਬ ਤੁਸੀਂ ਔਰ ਹੁਣ ਮੈਂ ਇੱਥੇ ਬੈਠਾ ਗੱਲ ਕਰ ਰਿਹਾ, ਪਰ ਇਹ ਸੀਮਤ ਸੀ ਪਿੰਡਾਂ ਤੱਕ, ਕਿ ਜਿਹੜੀ ਉਹਦੀ ਸ਼ਹਿਰੀ ਆਡੀਅנס ਉਸ ਵੇਲੇ ਕੋਈ ਨਹੀਂ ਸੀ। ਸ਼ਹਿਰੀ ਆਡੀਅנס ਨੂੰ ਕੋਈ ਡੀਲ ਕਰ ਰਹੇ ਸੀ ਦੂਰਦਰਸ਼ਨ ਤੇ ਰੇਡੀਓ, ਉਹ ਉਹਨਾਂ ਦੀ ਉਹ ਫਿਲਮਾਂ ਕਰ ਰਹੀਆਂ ਸੀ ਐਂਟਰਟੇਨ, ਉਹਨਾਂ ਦੇ ਗੀਤ ਕਰ ਰਹੇ ਸੀ। ਪਰ ਇਹ ਜਿਹੜਾ ਪੇਂਡੂ ਗਾਇਕੀ 'ਚ ਉਹ ਵੀ ਮਰਦ ਉਹਨੂੰ ਇਕੱਲਿਆਂ ਸੁਣਦੇ ਸੀ, ਔਰਤਾਂ ਤੇ ਮਰਦ ਇਕੱਠੇ ਬਹਿ ਕੇ ਉਹ ਗੀਤ ਨਹੀਂ ਸੁਣ ਸਕਦੇ। ਮੈਂ ਮਿਸਾਲ ਵੀ ਨਹੀਂ ਬਹੁਤੀ ਦੇ ਸਕਦਾ, ਮੈਨੂੰ ਨਹੀਂ, ਆਪ ਨੂੰ ਨਹੀਂ ਚੰਗਾ ਲੱਗਦਾ। ਤੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੀ ਉਹ ਕਿਉਂ ਕਰ ਰਹੇ ਸੀ ਇੱਦਾਂ, ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਹੜੀ ਇਹਨਾਂ ਨੂੰ ਸੈਕਸ਼ੂਅਲ ਇਨਸਿਕਿਉਰਿਟੀ ਆ, ਉਸ 'ਤੇ ਅਟੈਕ ਕਰਕੇ ਇਹ ਸਾਡੀ ਆਡੀਅנס ਵੱਧ ਜਾਂਦੀ ਹੈ, ਅਤੇ ਸਵਾਦ ਜਾਂ ਠਰਕ ਭੋਰਨ ਵਾਲੀਆਂ ਗੱਲਾਂ ਜਿਹੜੀਆਂ ਨੇ, ਇਸ ਦੀ ਆਡੀਅנס ਵੱਧ ਹੈ, ਇਸ 'ਤੇ ਹੋਰ ਵਾਧਾ ਕਰ ਦਿੱਤਾ ਜਾਂਦਾ। ਤੋ ਉਹ ਜਿੰਨੀ ਮਾਰਕੀਟ 'ਚ ਮੰਗ ਵੱਧ ਜਾਂਦੀ, ਉਹ ਬੂਹੜਪੁਣਾ ਉਨਾ ਹੀ ਵੱਧ ਜਾਂਦਾ। ਤੋ ਇਸ ਕਰਕੇ ਫਿਰ ਇਸ ਦਾ ਸਭ ਤੋਂ ਵੱਡਾ ਸਿੱਟਾ ਕੀ ਨਿਕਲਿਆ ਕਿ ਇੱਕ ਬੰਨੇ ਤੇ ਪੰਜਾਬ ਦੇ ਵਿੱਚ ਪੋਲੀਟੀਕਲ ਲੜਾਈ ਹੋ ਰਹੀ ਹੈ, ਪੋਲੀਟੀਕਲ ਲੜਾਈ ਨੂੰ ਸੈਂਟਰ ਨੇ ਕਿਵੇਂ ਉਹਨਾਂ ਲੜਾਈ 'ਚ ਬਦਲ ਦਿੱਤਾ, ਕਿਵੇਂ ਉਸ 'ਚ ਸਾਰੇ ਦੀ ਸਾਰੀ ਕਨਵਰਸ਼ਨ ਹੋ ਰਹੀ ਹੈ, ਇੱਕ ਬੰਨੇ ਇਹ ਚੱਲ ਰਹੀ ਹੈ। ਉਸ ਤੋਂ ਬਾਅਦ ਮਤਲਬ ਚਮਕੀਲੇ ਦੇ ਆਉਂਦਿਆਂ ਮਤਲਬ ਉਸ ਨੂੰ ਐਸਾ ਵੱਡਾ ਭੰਡਾਰ ਬਣਾ ਦਿੱਤਾ ਕਿ ਜਿਹੜੀਆਂ ਮਿਆਰ ਹੁੰਦੇ ਨੇ, ਸਰੋਕਾਰ ਹੁੰਦੇ ਨੇ, ਪੰਜਾਬ ਦੇ ਸਰੋਕਾਰ ਸੀਗੇ, ਜਿਹੜੇ ਮਰਾਸੀ ਘਰਾਣੇ ਸਨ, ਉਹਨਾਂ ਦੇ ਮੋਢਿਆਂ 'ਤੇ ਸਦੀਆਂ ਤੋਂ ਇੱਕ ਭਾਰ ਸੀ ਕਿ ਇੱਕ ਸਮਾਜ ਨੂੰ ਸ਼ੁੱਧ ਸਾਫ਼ ਬਣਾਈ ਰੱਖਣਾ। ਜਿਹੜੇ ਮੈਂ ਇਹਨਾਂ ਨੂੰ ਮੈਂ ਲੁਧਿਆਣਾ ਮਾਰਕਾ ਗਾਇਕੀ ਕਹਿੰਦਾ ਹੁੰਦਾ। ਲੁਧਿਆਣਾ ਮਾਰਕਾ ਗਾਇਕੀ ਦਾ ਕੋਈ ਸਰੋਕਾਰ ਨਹੀਂ ਸੀ ਕਿ ਕਿਸੇ ਤਹਿਜ਼ੀਬ ਨੂੰ, ਕਿਸੇ ਸਮਾਜ ਨੂੰ ਤੰਦਰੁਸਤ ਰੱਖਣ ਦੀ ਕੋਈ ਜ਼ਿੰਮੇਵਾਰੀ ਉਹ ਲਵੇ। ਉਸ ਦੀ ਜ਼ਿੰਮੇਵਾਰੀ ਸਿਰਫ ਪ੍ਰੋਫਿਟ ਸੀ, ਕੰਪਨੀਆਂ ਦੀ ਜ਼ਿੰਮੇਵਾਰੀ ਵੀ ਪ੍ਰੋਫਿਟ ਸੀ,
ਔਰ ਇੱਥੇ ਦੇ ਹੀ ਚੱਲਦਾ ਗਿਆ ਔਰ ਕੋਈ ਵੈਰਾਈਟੀ ਤੱਕ ਨਹੀਂ ਹੈਗੀ ਉਹਦੇ ਵਿੱਚ। ਸਿਰਫ ਤੇ ਸਿਰਫ ਹੁਣ ਮੈਂ ਤੁਹਾਨੂੰ ਇਸ 'ਚ ਇੱਕ ਦੱਸਦਾ, ਚਮਕੀਲੇ ਦਾ ਆਈਡੀਅਲ ਚਮਕੀਲਾ ਬਣ ਗਿਆ ਅੱਜ ਦੇ ਯੁੱਗ 'ਚ ਵੀ। ਤੁਸੀਂ ਉਸ ਨੂੰ ਵੇਖੋਗੇ ਕਿ ਹੁਣ ਉਹਨਾਂ ਦੀਆਂ ਜਿਹੜੇ ਉਸ ਵੇਲੇ ਮੁੰਡੇ ਕੁੜੀ ਮਨੁੱਖ ਸੁਣ ਰਹੇ ਸੀ, ਬੰਦੇ ਸੁਣ ਰਹੇ ਸੀ, ਉਹਨਾਂ ਦੀਆਂ ਤੀਸਰੀਆਂ ਚੌਥੀਆਂ ਪੀੜ੍ਹੀਆਂ ਸਾਰੇ ਵਰਲਡ 'ਚ ਛਾ ਗਈਆਂ ਨੇ, ਖਿਲਰ ਗਈਆਂ। ਉਹ ਹੁਣ ਉਹਨਾਂ ਦੇ ਦਿਮਾਗ ਉੱਥੋਂ ਤੱਕ ਸਾਰੀ ਦੁਨੀਆ ਦਾ ਯੂਨੀਵਰਸਲ ਬਣ ਗਿਆ ਚਮਕੀਲਾ। ਔਰ ਉਸ ਦੀ ਸੋਚ ਮਤਲਬ ਹੈਰਾਨੀ ਕਈ ਵਾਰ ਮੈਨੂੰ ਹੁੰਦੀ ਹੈ ਕਿ ਯੂਰਪ 'ਚ ਜਾ ਕੇ ਜਾਂ ਕੈਨੇਡਾ ਅਮਰੀਕਾ 'ਚ ਜਾ ਕੇ ਵੀ ਉਹੀ ਸੋਚ ਉਸ ਨੂੰ ਉਹਨੇ ਸਪਰੈਡ ਕਰ ਦਿੱਤੀ ਆ। ਉਹਦੇ ਕੋਲ ਮੁੱਖ ਕੀ ਆ? ਉਸਦੇ ਵਿੱਚ ਮੁੱਖ ਚੀਜ਼ ਆ ਇੱਕ ਤੇ ਸੈਕਸ਼ੂਅਲ ਵਾਇਲੈਂਟ ਸੈਕਸ਼ੁਅਲਿਟੀ, ਦੂਸਰਾ ਹੈ ਕਿ ਉਸ ਦੇ ਲਈ ਕਿਸੇ ਵੀ ਹੱਦ ਤੱਕ ਜਾਣਾ। ਉਹ ਗੈਂਗਸਟਰ ਬਣੇ, ਉਹ ਉਸ ਦਾ ਆਈਡੀਅਲ ਹੈ ਵੈਲੀ। ਅੱਜ ਕੱਲ੍ਹ ਗੈਂਗਸਟਰ ਆ ਗਿਆ, ਉਸ ਤੋਂ ਉੱਪਰ ਚਲੇ ਗਏ। ਔਰ ਉਸ ਨੂੰ ਕਿਵੇਂ ਪੈਦਾ ਕੀਤਾ ਜਾ, ਵਾਇਲੈਂਟ ਤਰੀਕੇ ਨਾਲ ਉਸ ਨੂੰ ਕਿਸੇ ਵੀ ਔਰਤ ਨੂੰ ਖੋਹਣਾ, ਉਸ 'ਤੇ ਕਬਜ਼ਾ ਕਰਨਾ, ਉਸ ਦੇ ਕੋਲ ਹੀ ਹੈ। ਔਰ ਉਸ ਲਈ ਇੱਕ ਬੜੀ ਜ਼ਰੂਰਤ ਪੈਂਦੀ ਨਸ਼ੇ ਦੀ, ਕਿਉਂਕਿ ਉਹੋ ਜਿਹੇ ਪਾਗਲਪਨ ਲਈ ਨਸ਼ਾ ਬੜਾ ਚਾਹੀਦਾ। ਉਹ ਤਿੰਨ ਮੁੱਖ ਚੀਜ਼ਾਂ, ਔਰ ਉਸ ਤੋਂ ਬਾਅਦ ਇਹ ਤਿੰਨ ਮੁੱਖ ਚੀਜ਼ਾਂ ਹੀ ਹਨੀ ਸਿੰਘ ਤੱਕ ਆਉਂਦੀਆਂ। ਤਿੰਨ ਮੁੱਖ ਚੀਜ਼ਾਂ ਹੀ ਆਈਡੀਅਲ ਬਣ ਕੇ ਆਉਂਦੀਆਂ ਨੇ, ਕੋਈ ਹਿਊਮਨ ਐਸੈਂਸ। ਔਰ ਕਈ ਵਾਰ ਬੱਬੂ ਮਾਨ ਵਰਗੇ ਕਹਿ ਦਿੰਦੇ ਨੇ ਕਿ ਵੀ ਸਾਡੇ ਕੋਲ ਜੋ ਮੰਗੋਗੇ ਉਹੀ ਦਿਆਂਗੇ, ਅਸੀਂ ਕੀ ਕਰੀਏ। ਸਵਾਲ ਉਹ ਜਿਹੜੀ ਹੈਗੀ ਨਾ ਡਿਮਾਂਡ ਐਂਡ ਸਪਲਾਈ 'ਤੇ ਜੁੜ ਗਿਆ ਕਿ ਡਿਮਾਂਡ ਕੀ ਹੈ ਲੋਕਾਂ ਦੀ। ਡਿਮਾਂਡ ਸਾਡੇ ਜਿਹੜਾ ਇਸ ਤਰ੍ਹਾਂ ਦੀ ਕਹਿ ਲਓ ਕਿ ਹਰੀ ਕ੍ਰਾਂਤੀ ਨਾਲ ਜਾਂ ਡਾਲਰਾਂ ਨਾਲ ਜਿਹੜੇ ਪੈਸੇ ਆਉਂਦੇ ਨੇ, ਉਹ ਜਾਂ ਪਿੱਛੇ ਜੇ ਰੀਅਲ ਸਟੇਟ ਦਾ ਬਹੁਤ ਕਰ ਚੱਲਿਆ, ਉਸਨੇ ਗੈਂਗਸਟਰ ਪੈਦਾ ਕੀਤੇ, ਗੈਂਗਸਟਰ ਗਾਇਕੀ ਪੈਦਾ ਕੀਤੀ। ਇਸ ਦਾ ਜਿਹੜਾ ਡਿਮਾਂਡ ਸਾਰਾ ਕੁਝ ਜੋ ਪੋਲੀਟੀਕਲ ਢਾਂਚਾ, ਜਾਣੀ ਕਿ ਉਸ ਹਰੀ ਕ੍ਰਾਂਤੀ ਨੇ ਇਸ ਪੋਲੀਟੀਕਲ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਔਰ ਉਹ ਸਾਰੇ ਦੇ ਸਾਰੇ ਸਰਦਾਰ, ਉਹ ਵੈਲੀ ਜਿਹੜੇ ਪਹਿਲਾਂ ਮੁਜ਼ਾਹਰਾ ਮੂਵਮੈਂਟ ਨੇ ਰੱਦ ਕਰ ਦਿੱਤੇ ਸੀ, ਉਹ ਮੁੜ ਪੋਲੀਟਿਕਸ 'ਚ ਆ ਗਏ। ਉਹ ਜਿਸ ਨੂੰ ਉਹ ਕਹਿੰਦੇ ਨਾ ਭੂਪਾ ਅਵਤਾਰ, ਫਿਰ ਮੇਘ ਵਾਂਗ ਛਾ ਗਿਆ ਤੇ ਧੀਆਂ ਦੇ ਜਗੀਰੋ ਨਾਮ ਪਾ ਗਿਆ। ਉਹ ਭੂਪੇ ਅਵਤਾਰ ਜਿਹੜੇ ਨੇ ਉਹ ਵੱਡੀ ਗਿਣਤੀ 'ਚ 1995 ਤੋਂ ਬਾਅਦ 97 ਤੋਂ ਬਾਅਦ ਉਹ ਵੱਡੇ ਪੱਧਰ 'ਤੇ ਪੋਲੀਟੀਕਲ ਮਾਫੀਆ ਬਣ ਕੇ ਆਏ। ਔਰ ਅੱਜ ਅਸੀਂ ਗੀਤ, ਜਿਹੜਾ ਮਿਊਜ਼ਿਕ ਸਿਸਟਮ ਆ, ਪੋਲੀਟਿਕਸ ਆ, ਸਾਰਾ ਗੈਂਗਸਟਰ ਨੇ, ਉਹ ਸਾਰਾ ਇੱਕੋ ਹੀ ਚੀਜ਼ ਪੈਦਾ ਕਰ ਰਹੇ ਨੇ, ਉਹ ਆ ਲੋਕਾਂ ਦਾ ਸ਼ੋਸ਼ਣ। ਔਰ ਇਸ ਜਿਹੜੀ ਚਮਕੀਲੇ ਦੇ ਬਾਰੇ ਇੱਕ ਕਹਿਣਾ ਨਾਮ ਹੈ ਕਿ ਉਹ ਇੱਕ ਐਸੀ ਪੋਰਨ ਫੈਂਟਸੀ ਕ੍ਰੀਏਟ ਕਰਦਾ ਕਿ ਜਿਹਦੇ 'ਚ ਬੰਦੇ ਨੂੰ ਵਲੇਟ ਲੈਂਦਾ, ਫਸਾ ਲੈਂਦਾ ਕਿ ਉਹ ਬੰਦਾ ਜ਼ਮੀਨ ਤੋਂ ਟੁੱਟ ਜਾਂਦਾ। ਅੱਛਾ, ਉਸ ਹੁਣ ਜਿਹੜੀ ਰਿਐਲਿਟੀ ਆ ਉਹ ਬਹੁਤ ਕਰੂਅਲ ਹੈ, ਜਿਹੜੀ ਇਹਦੇ 'ਚ ਫੈਂਟਸੀ 'ਚ ਪੇਜ ਕੀਤੀ ਜਾਂਦੀ ਹੈ। ਜੋ ਵੀ ਤੁਸੀਂ ਗਾਇਕੀ ਸੁਣਦੇ ਹੋ ਵੀ ਜਿਹਦੇ 'ਚ ਪਤਾ ਨਹੀਂ ਪੰਜਾਬ ਸਾਰਾ ਜਸ਼ਨ 'ਚ ਹੀ ਤੁਰਿਆ ਫਿਰਦਾ, ਪੰਜਾਬ ਨੂੰ ਤਾਂ ਕੋਈ ਪ੍ਰੋਬਲਮ ਨਹੀਂ। ਹਰੀ ਕ੍ਰਾਂਤੀ ਦੀ ਗਾਇਕੀ ਵੀ ਉਸ ਜਸ਼ਨ, ਮਤਲਬ ਜਿਹੜੀ ਹਰੀ ਕ੍ਰਾਂਤੀ ਜੋ ਧਨ ਪੈਦਾ ਹੋਇਆ ਸੀ ਉਸ ਨੂੰ ਜਸ਼ਨ 'ਚ ਕਨਵਰਟ ਕੀਤਾ, ਉਸ ਨੂੰ ਨਸ਼ੇ 'ਚ ਕਨਵਰਟ ਕੀਤਾ। ਔਰ ਉਸੇ ਤਰ੍ਹਾਂ ਹੀ ਇਹ ਹੁਣ ਤੱਕ ਚੱਲਦਾ ਆ ਰਿਹਾ। ਔਰ ਇਹਦੇ 'ਚ ਜਦੋਂ ਵੀ ਪੰਜਾਬੀ ਬੰਦਾ, ਜਦੋਂ ਵੀ ਤੁਸੀਂ ਦੇਖੋ ਕਿ ਇੱਕ ਕਰੂਅਲ ਰਿਐਲਿਟੀ, ਇੱਕ ਗਾਣਿਆਂ ਦੀ ਫੈਂਟਸੀ ਰਿਐਲਿਟੀ ਹੈ। ਔਰ ਅਸੀਂ ਜਦੋਂ ਵੀ ਫੈਂਟਸੀ 'ਚੋਂ ਕਰੂਐਲਿਟੀ ਵਾਲੀ 'ਚ ਆਉਂਦੇ ਹਾਂ ਤਾਂ ਸਾਡੇ ਕੋਲ ਫਿਰ ਤਿੰਨ ਸਕੇਪ ਨੇ ਉਹਦੇ। ਇੱਕ ਹੈ ਕਿ ਚਿੱਟਾ, ਜਿਸ ਨੂੰ ਹੈਰੋਇਨ ਕਹਿੰਦੇ, ਔਰ ਦੂਸਰਾ ਹੈ ਆਤਮ ਹੱਤਿਆ, ਜਿਹੜੀ ਸਭ ਤੋਂ ਵੱਧ ਮਾਲਵੇ 'ਚ ਉੱਥੇ ਹੀ ਹੋ ਰਹੀ ਹੈ ਜਿੱਥੇ ਗਾਇਕੀ ਦਾ ਪ੍ਰਸਾਰ ਹੋਇਆ। ਸਭ ਤੋਂ ਵੱਧ ਜਿਹੜਾ ਇਸ ਨੂੰ ਕੰਟਰੋਲ, ਮਤਲਬ ਗ੍ਰੀਨ ਰੈਵੋਲਿਊਸ਼ਨ ਦਾ ਅਸਰ, ਸਭ ਤੋਂ ਵੱਧ ਅਸਰ ਮਾਲਵੇ 'ਚ ਆ। ਮਾਝੇ ਦੁਆਬੇ 'ਚ ਇਹਦਾ ਬਹੁਤਾ ਅਸਰ ਨਹੀਂ ਹੋਇਆ। ਤੇ ਇਸ ਕਰਕੇ ਜਿਹੜਾ ਇਸ ਵੇਲੇ ਸਭ ਤੋਂ ਵੱਧ, ਇਹ ਨਹੀਂ ਹੈ ਕਿ ਮਾਝੇ ਦੇ ਵਿੱਚ, ਮਾਲਵੇ ਦੇ ਵਿੱਚ ਕੋਈ ਲੋਕ ਵਿਰੋਧ ਨਹੀਂ ਕਰ ਰਹੇ, ਲੜ ਨਹੀਂ ਰਹੇ, ਪੜ੍ਹ ਨਹੀਂ ਰਹੇ। ਉਹ ਸਾਰਿਆਂ ਦੇ ਭੇੜ 'ਚ ਇੱਕ ਆਮ ਬੰਦਾ ਜਿਹੜਾ ਨਾ, ਉਸ ਕੋਲ ਪਾਵਰ ਨਹੀਂ ਆਈ। ਪਾਵਰ ਲਿਆਉਣ ਦੀ ਕੋਸ਼ਿਸ਼ ਇਸ ਵੇਲੇ ਉਹਨਾਂ ਨੇ ਕੀਤੀ ਆ, ਉਹ ਕਿੰਨੀ ਕਾਮਯਾਬ ਹੁੰਦੀ ਹੈ ਕਿ ਨਹੀਂ ਹੁੰਦੀ ਉਹਨੂੰ ਦੇਖਦੇ ਹਾਂ। ਪਰ ਜਿਹੜੀ ਆਤਮ ਹੱਤਿਆ, ਔਰ ਤੀਸਰਾ ਸਭ ਤੋਂ ਵੱਡਾ ਸਕੇਪ ਹੈ ਕਿ ਹੁਣ ਉਹਨਾਂ ਨੂੰ ਲੱਗਦਾ ਕਿ ਜ਼ਮੀਨ, ਇਸ 'ਚ ਪਾਣੀ ਨਹੀਂ ਹੈਗਾ, ਇਹ ਸਾਨੂੰ ਉਤਪਾਦਨ ਦੇ ਨਹੀਂ ਸਕਦੀ। 650-700 ਫੁੱਟ ਤੱਕ ਪਾਣੀ ਚਲੇ ਗਿਆ। ਔਰ ਉਹ ਹੁਣ ਉਹਨਾਂ ਨੂੰ ਲੱਗਦਾ ਕਿ ਇੱਥੋਂ ਜ਼ਮੀਨ ਵੇਚ ਕੇ ਜਾਂ ਕੁਝ ਵੀ ਕਰਕੇ ਪ੍ਰਵਾਸ ਕਰ ਲਓ। ਇਹ ਤੀਸਰਾ ਸਕੇਪ ਹੈ ਉਹਨਾਂ ਦਾ। ਤਿੰਨ ਸਕੇਪ ਇਸ ਵੇਲੇ ਪੰਜਾਬ ਨੂੰ ਘੇਰੇ ਹੋਏ ਨੇ।
ਔਰ ਇਸ ਵਿੱਚ ਬਹੁਤ ਵੱਡਾ ਯੋਗਦਾਨ ਮੈਨੂੰ ਮਤਲਬ ਭਾਸ਼ਣ ਕਰਨਾ ਨਹੀਂ ਆਉਂਦਾ ਬਹੁਤ, ਮੈਂ ਲਿਖ ਕੇ ਮੇਰੀ ਕਿਤਾਬ ਹੀ ਆ ਰਹੀ ਇਸ ਸਾਲ, ਉਹਦੇ 'ਚ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਕਲਚਰ ਨੇ ਜਿੰਨਾ ਬੰਦੇ ਨੂੰ ਕੰਟਰੋਲ ਕੀਤਾ, ਸਟੇਟ ਦੇ ਹੈਜਮੋਨਿਕ ਵਿਚਾਰਾਂ ਦੇ ਅਧੀਨ ਕੀਤਾ, ਸ਼ਾਇਦ ਪਹਿਲਾਂ ਸਾਡਾ ਕਲਚਰ ਇਸ ਤਰ੍ਹਾਂ ਦੀ ਹੈਜਮਨੀ ਨੂੰ ਨਹੀਂ ਸੀ ਸਵੀਕਾਰ ਕਰਦਾ। ਸਾਡੇ ਕੋਲ ਬਹੁਤ ਵੱਡੇ ਸ਼ਾਇਰ, ਬਹੁਤ ਵੱਡੇ ਇੰਟਲੈਕਚੁਅਲ, ਬਾਬਾ ਫਰੀਦ ਤੋਂ ਲੈ ਕੇ ਵਾਰਿਸ ਸ਼ਾਹ ਤੱਕ, ਗੁਰੂ ਨਾਨਕ, ਸਾਰੇ ਆਏ ਨੇ ਜਿਹੜੇ ਮਨੁੱਖੀ ਸਰੋਕਾਰਾਂ ਨੂੰ ਸਾਹਮਣੇ ਰੱਖ ਕੇ ਲਿਖਦੇ ਸੀ। ਕਲਚਰਲ ਕਾਮੇ ਸੀ ਜਿਹੜੇ, ਉਸ ਤਰ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਇੱਕ ਹੈਲਦੀ ਸੁਸਾਇਟੀ ਖੜੀ ਕੀਤੀ ਰੱਖੀ ਜਾ ਸਕੇ। ਪਰ ਜਿਹੜੇ ਅੱਜ ਦਾ ਆ ਸਿਰਫ ਤੇ ਸਿਰਫ ਪ੍ਰੋਫਿਟ 'ਤੇ ਖੜਾ, ਜਿਵੇਂ ਕਾਰਪੋਰੇਟ ਪ੍ਰੋਫਿਟ 'ਤੇ ਖੜਾ ਤੇ ਉਹ ਦੁਨੀਆ ਦੀ ਕੋਈ ਵੀ ਚੀਜ਼ ਹੜੱਪ ਜਾਣਾ ਚਾਹੁੰਦਾ। ਇਹ ਮਿਊਜ਼ਿਕ ਵੀ ਉਹਦੇ ਹੀ, ਮਿਊਜ਼ਿਕ ਨੂੰ ਵੀ ਇਸ ਵੇਲੇ ਉਹੀ ਕੰਟਰੋਲ ਕਰ ਰਿਹਾ, ਕਲਚਰ ਨੂੰ ਵੀ ਉਹੀ ਕੰਟਰੋਲ ਕਰ ਰਿਹਾ, ਅਤੇ ਉਹ ਮਨੁੱਖੀ ਮਨ ਨੂੰ, ਮਨੁੱਖੀ ਸੁਭਾਅ ਨੂੰ ਤਬਾਹ ਕਰ ਰਿਹਾ। ਪੰਜਾਬੀਅਤ ਉਸ ਦਾ ਮੁੱਖ ਸ਼ਿਕਾਰ ਹੋ। ਗੱਲ ਚੱਲਦੇ ਚੱਲਦੇ ਜਿਹੜੀ ਦੋ ਤਰ੍ਹਾਂ ਦੀ ਗਾਇਕੀ ਸਾਡੇ ਕੋਲ ਪੈਰਲਲ ਚੱਲਦੀ ਹੈ, ਜਿਹੜੀ ਗੱਲ ਤਸਕੀਨ ਉਹਨਾਂ ਨੇ ਕੀਤੀ, ਮੈਂ ਉਹਨਾਂ ਦੇ ਹਵਾਲੇ ਨਾਲ ਇੱਕ ਕਾਲੀ ਜੀ ਨੂੰ ਇਹ ਗੱਲ ਕਰਾਂਗਾ ਕਿ ਉਹ ਕੰਟੀਨਿਊ ਕਰਨਗੇ। ਇੱਕ ਪਾਸੇ ਸਾਡੇ ਕੋਲ ਲੀਹ ਤੁਰਦੀ ਹੈ ਚਮਕੀਲੇ ਦੀ, ਜਿਹੜੀ ਹਨੀ ਸਿੰਘ ਤੱਕ ਆਉਂਦੀ ਹੈ ਮਿਸ ਪੂਜਾ ਰਾਹੀਂ, ਇਹ ਸਾਰੀ ਇੱਕ ਲੀਹ ਬਣਦੀ। ਦੂਸਰੇ ਪਾਸੇ ਇੱਕ ਉਹ ਗਾਇਕ ਨੇ ਜਿਹੜੀ ਜਿਹਦੇ 'ਚ ਅਸੀਂ ਗੁਰਦਾਸ ਮਾਨ ਤੋਂ ਲੈ ਕੇ ਬੱਬੂ ਮਾਨ ਤੱਕ, ਕਮਰ ਗਰੇਵਾਲ ਤੱਕ ਜਾਂ ਸਤਿੰਦਰ ਸਰਤਾਜ ਤੱਕ, ਇਹ ਦੋ ਪੈਰਲਲ ਬਿਲਕੁਲ ਬਰਾਬਰ ਚੱਲ ਰਹੀਆਂ ਗਾਇਕੀ ਦੀਆਂ ਲਾਈਨਾਂ ਨੇ। ਔਰ ਗ੍ਰੀਨ ਰੈਵੋਲਿਊਸ਼ਨ ਦਾ ਜਿਹੜਾ ਅਸਰ ਸੀ, ਚਮਕੀਲਾ ਉਹਦੇ 'ਚੋਂ ਕਿਵੇਂ ਪੈਦਾ ਹੋਇਆ, ਔਰ ਦੂਸਰੀ ਜਿਹੜੀ ਗਾਇਕੀ ਜਿਹੜੀ ਲੀਹ ਗੁਰਦਾਸ ਮਾਨ ਦੀ ਜਾਂ ਉਹਨਾਂ ਦੀ ਹੈ, ਅਤੇ ਉਹਨਾਂ ਨੇ ਉਹਨੂੰ ਨਾਲ ਦੀ ਨਾਲ ਕਿਵੇਂ ਪੰਜਾਬ ਨੂੰ ਪ੍ਰੈਜ਼ੈਂਟ ਕਰਨ ਦੀ, ਅਸਲ ਪੰਜਾਬ ਨੂੰ ਲਿਆਉਣ ਦੀ, ਜਾਂ ਕਿ ਇਹਦੇ ਪੈਰਲਲ ਉਹ ਜਿਹੜੀ ਲੀਹ ਤੋਰੀ ਹੈ, ਤੇ ਇਹਦੇ ਬਾਰੇ ਦੇਸਰਾਜ ਕਾਲੀ ਹੁਣੀ ਗੱਲ ਕਰਨੀ। ਜਾਂ ਵੈਸੇ ਤਸਕੀਨ ਹੋਣੀ ਬਹੁਤ ਅੱਛੀ ਗੱਲ ਕਰ ਰਿਹਾ ਸੀ ਆਪਾਂ ਸਾਰੇ, ਕਿਉਂਕਿ ਇਸ ਸਬਜੈਕਟ 'ਤੇ ਲਗਭਗ 2-2.5 ਸਾਲ ਤੋਂ ਤਸਕੀਨ ਲੱਗੇ ਹੋਏ ਸੀਗੇ ਵੀ ਪੰਜਾਬੀ ਗੀਤਕਾਰੀ ਦੇ ਥਰੂ ਗ੍ਰੀਨ ਰੈਵੋਲਿਊਸ਼ਨ ਨੂੰ ਸਮਝਿਆ ਜਾਵੇ, ਉਹਦੀ ਪੋਲੀਟਿਕਸ ਨੂੰ ਸਮਝਿਆ ਜਾਵੇ, ਔਰ ਜਿਵੇਂ ਉਹਦੀਆਂ ਰੂਟਸ ਕਿਵੇਂ ਮੈਕਸੀਕੋ ਤੋਂ ਲੈ ਕੇ ਤੇ ਪੰਜਾਬ ਤੱਕ ਉਹ ਆਏ ਨੇ। ਦੀਪ ਨੇ ਮੇਰੇ ਵੱਲ ਨੂੰ ਹੋਰ ਪਾਸੇ ਨੂੰ ਮੋੜ ਦਿੱਤਾ, ਜਮਾਂ ਹੋਰ ਸੀਨ ਬਣ ਜਾਣਾ ਹੈ। ਮੈਂ ਤਸਕੀਨ ਦੇ ਅਨੁਭਵ ਤੋਂ, ਕਿਉਂਕਿ ਅਸੀਂ ਇਕੱਠੇ ਫਿਰ ਡਿਸਕਸ ਕਰਦੇ ਰਹੀਦਾ ਗੱਲਾਂ, ਸਟੂਡੈਂਟਸ ਵਾਸਤੇ ਜਿਹੜਾ ਹੈ ਕਿ ਜਿਹੜੇ ਇਹਨੂੰ ਅਸੀਂ ਕਿਵੇਂ ਦੇਖ ਸਕਦੇ ਹਾਂ, ਕਿਵੇਂ ਹਾਊ ਟੂ ਰੀਡ ਜਾਂ ਹਾਊ ਟੂ ਲਿਸਨ, ਗੀਤ ਨੂੰ ਕਿੱਦਾਂ ਪੜ੍ਹਿਆ ਜਾ ਸਕਦਾ ਹੈ, ਸੁਣਿਆ ਜਾ ਸਕਦਾ ਹੈ, ਦੇਖਿਆ ਜਾ ਸਕਦਾ ਹੈ ਗੀਤ ਨੂੰ, ਕਿਉਂਕਿ ਉਹ ਦ੍ਰਿਸ਼ ਜਿਹੜੇ ਪੈਦਾ ਕਰਦਾ ਹੈ, ਜਿਹਦੀ ਗੱਲ ਚਮਕੀਲੇ ਦੀ ਅਸੀਂ ਗੱਲ ਬਹੁਤ ਕਰਦੇ ਹਾਂ, ਕਿਉਂਕਿ ਉਹ ਸਾਰੇ ਐਸੇ ਦ੍ਰਿਸ਼ ਪੈਦਾ ਕਰਦਾ ਆ ਜਿਹੜੇ ਐਕਚੁਅਲ 'ਚ ਹੈ ਨਹੀਂ। ਉਹ ਜਿਹੜੀ ਫੈਂਟਸੀ ਦੀ ਗੱਲ ਤਸਕੀਨ ਕਰ ਰਿਹਾ ਸੀਗਾ, ਉਹ ਫੈਂਟਸੀ ਸਾਡੇ ਮਨਾਂ ਦੇ ਵਿੱਚ ਉਹਨੇ ਭਰ ਦਿੱਤੀ, ਔਰ ਉਸ ਫੈਂਟਸੀ ਵਾਸਤੇ ਸਾਡੇ ਮਨਾਂ 'ਚ ਜਿਹੜੀ ਸਪੇਸ ਕ੍ਰੀਏਟ ਕੀਤੀ ਸੀ, ਉਹ ਗ੍ਰੀਨ ਰੈਵੋਲਿਊਸ਼ਨ ਨੇ ਕੀਤੀ ਸੀ। ਸਾਡੇ ਮਨ 'ਚ ਇੱਕ ਸਪੇਸ ਸੀ ਜਿਹਨੂੰ ਚਮਕੀਲਾ ਭਰ ਰਿਹਾ ਸੀਗਾ ਉਸ ਫੈਂਟਸੀ ਦੇ ਨਾਲ। ਮੈਂ ਗੀਤ ਨੂੰ ਕਿਵੇਂ ਰੀਡ ਕਰਨਾ, ਥੋੜ੍ਹਾ ਜਿਹਾ ਉਸ ਗੱਲ 'ਤੇ ਵੀ ਆਵਾਂਗਾ। ਜਿਹੜਾ ਦੀਪ ਹੋਰਾਂ ਦਾ ਬਹੁਤ ਗੰਭੀਰ ਗੱਲ ਹੈ ਕਿ ਲੜਾਈ ਵੀ ਅਜੀਬ ਦਿਲਕਸ਼ੀ ਹੈ ਅੱਜ ਕੱਲ੍ਹ ਮਾਹੌਲ ਅੰਦਰ, ਹਨੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ ਰਹੇ ਨੇ। ਐ ਨਹੀਂ ਹੁੰਦਾ ਹਨੇਰੀ ਚੱਲੀ ਜਾਂਦੀ ਹੈ, ਉੱਥੇ ਕੋਈ ਨਾ ਕੋਈ ਦੀਵਾ ਵੀ ਜਗ ਰਿਹਾ ਹੁੰਦਾ। ਗੁਰਦਾਸ ਮਾਨ ਜਿਸ ਵੇਲੇ ਉਸ ਦੌਰ ਦਾ ਹੀ ਹੈ ਉਹ ਗੀਤ, ਜਿਸ ਵੇਲੇ ਉਹ ਪੰਜਾਬੀ ਜ਼ੁਬਾਨ ਬਾਰੇ ਕਹਿੰਦਾ ਨਾ, ਪੰਜਾਬੀਏ ਜ਼ਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀ ਹੈ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਮੀਡੀਆਂ ਖਲਾਰੀ ਫਿਰੇ ਬੁੱਲੇ ਦੀਏ ਕਾਫੀਏ ਨੀ ਕਿੰਨੇ ਤੇਰਾ ਲਾ ਲਿਆ ਸ਼ਿੰਗਾਰ, ਸੰਨ 47 ਪਿੱਛੋਂ ਹੋਇਆ ਦਰੰਗ ਤੈਨੂੰ, ਫੇਰ ਨਾ ਤੂੰ ਹੋਈ ਪੱਬਾਂ ਭਾ। ਯਾਨੀ ਇਹ ਰੀਜ਼ਨ ਜਿਹੜਾ ਤਸਕੀਨ ਫੜ ਰਿਹਾ ਕਿ ਭਾਈ ਲਾਹੌਰ ਸੈਂਟਰ ਹੈ, ਅੰਮ੍ਰਿਤਸਰ ਸੈਂਟਰ ਹੈ, ਅਤੇ ਸਾਡੇ ਕੋਲ ਇੱਕ ਨਾਬਰੀ ਦਾ ਕਲਚਰ ਹੈ। ਜਿਹੜਾ ਗ੍ਰੀਨ ਰੈਵੋਲਿਊਸ਼ਨ ਇੱਥੇ ਹੋਇਆ, ਅਸੀਂ
ਅਸੀਂ ਚਿੱਟੇ ਤੇ ਹਿਜਰਤ ਤੇ ਹਿੰਸਾ 'ਚ ਆਤਮ ਹੱਤਿਆ 'ਚ ਪੈ ਗਏ, ਉਧਰ ਨਹੀਂ ਪਏ, ਕਿਉਂਕਿ ਉਹਨਾਂ ਕੋਲ ਉਹ ਨਾਬਰੀ ਦਾ ਕਲਚਰ ਆ ਜੋ ਹੁਣ ਹੋਇਆ ਨਾ ਪਾਕਿਸਤਾਨ 'ਚ, ਜੋ ਇਮਰਾਨ ਖਾਨ ਦੇ ਨਾਲ ਲੋਕ ਹੈ ਔਲੇ ਹੈ, ਉਹ ਉਹਨਾਂ ਦੀ ਨਾਬਰੀ ਹੈ। ਅਸੀਂ ਇੱਥੇ ਨਾ ਕਈ ਵਾਰੀ ਵਿਅੰਗ ਨਾਲ ਕਹਿੰਦੇ ਆ ਕਿ ਯਾਰ ਉਹ ਨਾ ਦੂਰੇ ਮੀਨਿੰਗ, ਡਬਲ ਮੀਨਿੰਗ ਹੈ, ਚੁਟਕਲੇ ਉਹਨਾਂ ਦੇ ਆਉਂਦੇ ਨੇ ਪਾਕਿਸਤਾਨ ਤੋਂ, ਕਾਮੇਡੀ ਸ਼ੋਅ ਜਿਹੜੇ ਨੇ ਖਾਸ ਕਰਕੇ, ਹੈ ਨਾ, ਕਈ ਵਾਰੀ ਤਾਂ ਉਹ ਬਾਹਲਾ ਅਸ਼ਲੀਲ ਵੀ ਹੋ ਜਾਂਦੇ ਨੇ ਉਸ ਮਾਮਲੇ 'ਚ। ਪਰ ਉਹਦੀ ਅਸ਼ਲੀਲਤਾ 'ਚ ਵੀ ਜਿੱਦਾਂ ਅਮਰੀਕਾ ਨੂੰ ਠੋਕਦੇ ਆ ਨਾ, ਉਹ ਗੰਦੇ ਚੁਟਕਲਿਆਂ 'ਚ ਵੀ ਅਮਰੀਕਾ ਜ਼ਰੂਰ ਉਹਨਾਂ ਨੇ ਠੋਕਣਾ ਹੀ ਠੋਕਣਾ ਹੁੰਦਾ। ਹੁਣ ਤੁਹਾਡੇ ਸਾਹਮਣੇ ਉਹ ਰਿਜ਼ਲਟ ਆਉਣ ਡਿਆ ਜੋ 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 ਹੋਇਆ ਕੀਤਾ ਅਮਰੀਕਾ ਨੇ ਉੱਥੇ, ਔਰ ਉਹਦੀ ਨਾਬਰੀ ਦਾ ਰਿਜ਼ਲਟ ਆਉਣ ਡਿਆ ਆ। ਜਦੋਂ ਤੁਸੀਂ ਕੋਈ ਗੀਤ ਸੁਣਦੇ ਆ, ਅਸੀਂ ਰਾਤ ਜਗਦੀਸ਼ ਹੋਰੀ ਗਾ ਰਹੇ, ਦਿਲਸ਼ਾਦ ਅਖਤਰ ਗਾਇਕ ਸੀਗੇ, ਉਹਨਾਂ ਦਾ ਇੱਕ ਗੀਤ ਹੈ ਬਾਊ ਸਿੰਘ ਮਾਨ ਮਰਾੜਾ ਵਾਲੇ ਦਾ ਲਿਖਿਆ ਹੋਇਆ। ਮਾਨ ਮਰਾੜਾ ਵਾਲਾ ਗੀਤਕਾਰੀ ਦੇ ਵਿੱਚ ਵੀ ਜਦੋਂ ਅਸੀਂ ਮਾਨ ਮਰਾੜਾ ਵਾਲੇ ਨੂੰ ਸੁਣਦੇ ਹਾਂ, ਜਿਵੇਂ ਅਸੀਂ ਕਿਹਾ ਚਮਕੀਲਾ ਇੱਕ ਫੈਂਟਸੀ ਕ੍ਰੀਏਟ ਕਰਦਾ, ਸੈਕਸੁਅਲਿਟੀ ਨੂੰ ਸੈਲੀਬ੍ਰੇਟ ਕਰਦਾ, ਜਿਹੜੀ ਹੈ ਨਹੀਂ, ਤਾਂ ਮਾਨ ਮਰਾੜਾ ਵਾਲਾ ਸੋਸ਼ਲ ਰਿਐਲਿਟੀ ਨੂੰ ਇੰਨੇ ਲਿਟਰੇਰੀ ਟੱਚਿਸ ਦੇ ਨਾਲ ਪੇਸ਼ ਕਰਦਾ। ਤੁਹਾਨੂੰ ਮੈਂ ਉਹਦੇ ਨਾਲ ਬੋਲ ਦੋ ਚਾਰ ਦੱਸਦਾ ਕਿਵੇਂ ਹੈ। ਉਹ ਦਿਲਸ਼ਾਦ ਅਖਤਰ ਦਾ ਗਾਇਆ ਹੋਇਆ ਗੀਤ ਹੈ, ਉਹਦੇ ਵਿੱਚ ਕਹਿੰਦਾ, ਰਾਤੀ ਅੱਧ ਸੁੱਤੇ ਜਿਹੇ ਗਿਓ ਸੁਪਨੇ 'ਚ ਮਿਲ, ਮੇਰੀ ਛਾਤੀ 'ਚ ਧੜਕ ਉੱਠੇ ਦੋਵੇਂ ਪਾਸੀ ਤੇ। ਮਾਈ ਗॉड, ਇਹ ਲਿਟਰੇਰੀ ਇਹ ਲਾਈਨ ਜਿਹੜੀ ਹੈ ਨਾ, ਚਲੋ ਕਿਆ ਉਹਦੀ ਫੀਲਿੰਗ ਹੈ, ਪਰਦੇਸ ਚਲਿਆ ਗਿਆ, ਉਹਦਾ ਢੋਲ, ਉਹਦਾ ਮਾਹੀ, ਉਹਦਾ ਪ੍ਰੇਮੀ, ਉਹਦਾ ਹਸਬੈਂਡ, ਜੋ ਵੀ ਉਹਨੂੰ ਖਿਆਲਾਂ 'ਚ ਲੈ ਕੇ ਜਾਂਦਾ। ਫਿਰ ਉਹਦੀ ਅਸੀਂ ਉਹਨੂੰ ਸੋਸ਼ਲ ਰਿਐਲਿਟੀ ਦੇ ਨਾਲ ਕਿਵੇਂ ਜੋੜਦੇ ਹਾਂ। ਉਸੇ ਗੀਤ ਦੇ ਬੋਲ ਨੇ ਵੀ ਮੇਰੀ ਚੁੰਨੀ ਦੇ ਪੱਲੇ ਨੂੰ ਜਿਹੜੀ ਦੇ ਗਿਆ ਸੈਂ ਗੰਢ, ਕਦੇ ਖੋਲ ਕੇ ਨਾ ਦੇਖੀ ਕਈ ਮਹੀਨੇ ਗਏ ਲੰਘ। ਇਹ ਕਲਚਰ ਸੀ, ਹਾਲਾਂਕਿ ਉਹ ਔਰਤ ਦੇ ਖਿਲਾਫ ਕਲਚਰ ਸੀ, ਹੈ ਨਾ। ਆਪ ਤੁਸੀਂ ਪ੍ਰਦੇਸ਼ ਤੁਰ ਗਏ ਹੋ, ਉਹਦੇ ਪੱਲੇ ਨੂੰ ਗੰਢ ਮਾਰ ਗਿਆ। ਉਹ ਇੱਕ ਰੋਕ ਸੀ, ਇੱਕ ਉਹਨੂੰ ਕਹੂੰਗਾ ਮੈਂ ਮਰਦਾਵਾਂ ਦਾਬਾ, ਪੈਟਰੀਆਰਕਲ ਦਾਬਾ ਜਿਹੜਾ ਸੀ, ਇੱਕ ਅਨਸੈਡ, ਅਨਸੰਗ ਜਾਂ ਇਨਵਿਜ਼ੀਬਲ ਜਿਹਾ, ਜਿਹੜਾ ਦੀਦਾ ਨਹੀਂ ਸੀ, ਪਰ ਉਹ ਚੁੰਨੀ ਦੇ ਪੱਲੇ ਨੂੰ ਗੰਢ ਜ਼ਰੂਰ ਮਾਰਦੇ ਸੀ। ਸੋ ਅਸੀਂ ਜਦੋਂ ਉਹਦੇ ਗੀਤਾਂ ਨੂੰ ਦੇਖਦੇ ਹਾਂ, ਜਿਵੇਂ ਮੈਂ ਤੁਹਾਨੂੰ ਗੁਰਦਾਸ ਮਾਨ ਦੱਸ ਰਿਹਾ ਕਿ ਉਹ ਕਿੰਨਾ ਪੋਲੀਟੀਕਲ ਗੀਤ ਹੈ ਉਹਦਾ, ਕਿ ਭਾਈ ਪੰਜਾਬੀ ਦਾ ਬੁਰਾ ਹਾਲ ਇਸ ਕਰਕੇ ਹੋਇਆ ਕਿਉਂਕਿ 47 ਵਾਪਰਿਆ, ਔਰ ਸਾਰਾ ਪੰਜਾਬ ਤਾਂ ਉੱਧਰ ਚਲਿਆ ਗਿਆ, ਸਾਰਾ ਪੰਜਾਬ ਉੱਧਰ ਚਲਿਆ ਗਿਆ। ਔਰ ਹਨੀ ਸਿੰਘ ਦਾ ਨਾਂ ਲਿਆ, ਫਿਰ ਉਹ ਬੱਬੂ ਮਾਨ ਹੋਰਾਂ ਵਾਲੀ ਇਹਨਾਂ ਨੇ ਗੱਲ, ਬਹੁਤ ਕੀਮਤੀ ਗੱਲ ਹੈ ਭਾਈ, ਜੋ ਤੁਸੀਂ ਚਾਹੁੰਦੇ ਹੋ ਚਾਹਿਆ ਨਹੀਂ ਸੀ ਗਿਆ, ਜਿਹੜਾ ਸਾਡੇ ਸੰਗ 'ਚ ਧੱਕਿਆ ਜਾਂਦਾ। ਜਿਵੇਂ ਗੁਰਦਾਸ ਮਾਨ ਅੱਜ ਵੀ ਐਵਰਗ੍ਰੀਨ ਹੈ ਯਾਰ, ਬੁੜਾ ਹੋ ਗਿਆ ਉਹ, ਔਰ ਉਹ ਗਾਉਂਦਾ ਵੀ ਕੋਈ ਬਹੁਤਾ ਵਧੀਆ ਨਹੀਂ, ਸੁਰੀਲਾ ਗਾਇਕ ਨਹੀਂ ਹੈ। ਸਰਦੂਲ ਬਹੁਤ ਸੁਰੀਲਾ ਹੈ, ਸਰਦੂਲ ਨੇ ਵੀ ਅੱਛੇ ਗੀਤ ਗਾਏ। ਦਿਲਸ਼ਾਦ ਅਖਤਰ ਬਹੁਤ ਸੁਰੀਲਾ ਸੀ, ਉਹਦੀ ਸਿਸਟਰ ਹਾਂਜੀ ਬੜੀ ਸੁਰੀਲੀ ਕੁੜੀ ਸੀ, ਉਹ ਬਹੁਤ ਸੁਰੀਲੀ ਸੀ, ਔਰ ਗੀਤ ਵੀ ਅੱਛੇ ਗਾਏ। ਦਿਲਸ਼ਾਦ ਬਾਬੂ ਸਿੰਘ ਮਾਨ ਬਰਾੜਾ ਵਾਲੇ ਨੇ ਜਿੰਨੇ ਗੀਤ ਲਿਖੇ, ਬਹੁਤ ਗੀਤ ਲਿਖੇ ਉਹਨੇ, ਉਹਦਾ ਲਿਟਰੇਚਰ ਦਾ ਪੱਖ ਔਰ ਉਹਦੇ ਗਾਉਣ ਵਾਲਿਆਂ ਦਾ, ਉਹ ਆਪ ਵੀ ਜਿਨ੍ਹਾਂ ਨੂੰ ਉਹ ਇਹਨਾਂ ਬੰਦੇ ਨੇ, ਉਹਦਾ ਕੰਮ ਬਹੁਤ ਹੈ ਮਾਨ ਬਰਾੜਾ ਵਾਲੇ ਬਾਬੂ ਉਹਨਾਂ ਦੀ ਗੀਤਕਾਰੀ ਦੇ ਵਿੱਚ। ਅਸੀਂ ਜਿਵੇਂ ਚਮਕੀਲੇ ਨੂੰ ਲੈਨੇ ਆ, ਮੈਨੂੰ ਲੱਗਦਾ ਬਾਬੂ ਸਿੰਘ ਨੂੰ ਵੀ ਉਹਦੇ ਪੈਰਲਲ ਇੱਕ ਧਾਰਾ, ਜਿਹੜੀਆਂ ਦੋ ਧਾਰਾਵਾਂ ਦੀ ਦੀਪ ਹੋਰੀ ਗੱਲ ਕਹਿ ਰਹੇ ਸੀ। ਚਮਕੀਲਾ ਖੁਦ ਰਾਈਟਰ ਹੈ, ਔਰ ਉਹਨੂੰ ਨਬਜ਼ ਸਮਝ ਆ ਗਈ ਸੀ, ਉਹ ਐਸਾ ਮਤਲਬ ਇੰਟੈਲੀਜੈਂਟ ਆਦਮੀ ਸੀ, ਉਹ ਗਾਉਂਦਾ ਵੀ ਬਹੁਤ ਅੱਛਾ ਸੀ। ਦੋ ਬੰਦੇ ਇਹਨਾਂ ਦੇ ਨਾ, ਮੈਂ ਦੱਸਦਾ ਤੁਹਾਨੂੰ ਕੀ ਹੁੰਦਾ ਹੈ। ਇੱਕ ਮੂੰਹ ਦਾ ਜਵਾੜਾ ਹੁੰਦਾ ਇਸ ਤਰੀਕੇ ਨਾਲ, ਉਹ ਜਦੋਂ ਬੰਦੇ ਗਾਉਂਦੇ ਆ ਨਾ,
ਉਹ ਬਹੁਤੇ ਖੁੱਬਦੇ ਨਹੀਂ ਤੁਹਾਡੇ ਹਿਰਦੇ 'ਚ। ਇੱਕ ਹੁੰਦਾ ਇਸ ਤਰੀਕੇ ਦੇ ਨਾਲ, ਚਮਕੀਲੇ ਦਾ ਇਹ ਤਰੀਕਾ ਸੀ, ਉਹ ਤੁਹਾਡੇ ਅੰਦਰ ਇੱਕ ਫੈਂਸੀ ਦਾ ਕ੍ਰੀਏਟ ਕਰਦਾ ਸੀ, ਇੱਕ ਸੈਲੀਬ੍ਰੇਸ਼ਨ ਦਾ। ਮੈਂ ਥੋੜਾ ਲਿਆ। ਹਾਂ, ਅਸਲ 'ਚ ਜਦੋਂ ਹਰੀ ਕ੍ਰਾਂਤੀ ਤੋਂ ਪਹਿਲਾਂ ਨਾ ਜਿਹੜੇ ਗੀਤਕਾਰ ਵੱਖਰੇ ਨਹੀਂ ਸੀ ਹੁੰਦੇ, ਪੋਇਟ ਹੀ ਹੁੰਦੇ ਸੀ। ਕੋਈ ਸਧਾਰਨ ਮਤਲਬ ਬਹੁਤ ਡੂੰਘੇ ਪੋਇਟ ਹੁੰਦੇ ਸੀ, ਕੋਈ ਆਮ ਲੋਕਾਂ ਲਈ ਸਟੇਜੀ ਸ਼ਾਇਰ ਹੁੰਦੇ ਜਿਨ੍ਹਾਂ ਨੂੰ ਕਹਿੰਦੇ। ਤੇ ਉਹ ਜਦੋਂ ਇਹ ਹਰੀ ਕ੍ਰਾਂਤੀ ਵਾਪਰੀ ਨਾ, ਲੁਧਿਆਣਾ ਮਾਰਕਾ ਗਾਇਕੀ ਸ਼ੁਰੂ ਹੋਈ, ਤੇ ਫਿਰ ਹੋਇਆ ਕਿ ਜਿਹੜੇ ਬਹੁਤ ਇਹਦੇ 'ਚ ਨਾ ਪ੍ਰੋਗਰੈਸਿਵ ਰਾਈਟਰ ਸਨ, ਉਹ ਸਾਰੀ ਦੀ ਸਾਰੀ ਉਹ ਵੇਲੇ ਪ੍ਰੋਗਰੈਸਿਵ ਧਾਰਾ ਸੀ, ਜਿਹੜੀ ਪ੍ਰਗਤੀਵਾਦੀ ਧਾਰਾ ਦੇ ਹੀ ਰਾਈਟਰ ਸਨ, ਹੋਰ ਤਾਂ ਕੋਈ ਹੈ ਹੀ ਨਹੀਂ ਸੀਗਾ। ਜਦੋਂ ਇਹ ਕਬਜ਼ਾ ਹੋਣ ਲੱਗਿਆ ਨਾ, ਤੇ ਉੱਥੇ ਨੰਦ ਲਾਲ ਨੂਰਪੁਰੀ ਵਰਗੇ ਸਨ, ਸ਼ਿਵ ਕੁਮਾਰ ਵਰਗੇ ਸਨ, ਉਹ ਸਾਰੇ ਪੋਇਟ ਸਨ। ਤੇ ਉਹ ਸਾਰੇ ਦੇ ਸਾਰੇ ਜਿਉਂ-ਜਿਉਂ ਵਾਪਰਿਆ, 73 'ਚ ਸ਼ਿਵ ਕੁਮਾਰ ਦੀ ਵੀ ਡੈਥ ਹੋ ਜਾਂਦੀ ਹੈ, ਨੰਦ ਲਾਲ ਨੂਰਪੁਰੀ ਵੀ, ਫਿਰ ਦੀਪਕ ਜਤੋਈ ਵਰਗੇ ਸਨ, ਕਈ ਸਨ। ਤੇ ਉਹ ਇਹਨਾਂ ਨੇ ਕਿਹਾ ਵੀ ਇਹ ਗੰਦੀ ਗਾਇਕੀ ਤੋਂ ਅਸੀਂ ਕੀ ਲੈਣਾ। ਉਹਨਾਂ ਨੇ ਵਿਡਰਾ ਹੀ ਕਰ ਲਿਆ, ਕਿਨਾਰਾ ਕਰ। ਉਹ ਹੁਣ ਉਹ ਕੀ ਗਏ, ਉਹ ਅਕੈਡਮਿਕਸ ਤੱਕ ਰਹਿ ਗਏ, ਬਸ ਉਹ ਇੱਥੇ ਹੀ ਡਿਸਕਸ਼ਨ ਹੋ ਰਹੀ ਉਹਨਾਂ ਦੇ ਉੱਤੇ, ਉਹ ਤੇ ਉੱਥੇ ਜਾਂਦੇ ਨਹੀਂ। ਉਹ ਹੋਇਆ ਕਿ ਉਹਨਾਂ ਦੇ ਵਿਡਰਾ ਕਰਨ ਨਾਲੋਂ ਇਕੱਲੇ ਹੀ ਉਹ ਰਹਿ ਗਏ। ਹਾਂ, ਉਹਦੇ ਵਿੱਚ ਫਿਰ ਮੈਂ ਦੋ ਧਾਰਾ ਨਾ, ਗ੍ਰੈਮਸੀ ਨੇ ਇੱਕ ਕਿਹਾ ਕਿ ਇੱਕ ਆਰਗੈਨਿਕ ਇੰਟੈਲੈਕਚੁਅਲ ਹੁੰਦਾ, ਇੱਕ ਆਰਡੀਨਰੀ ਇੰਟੈਲੈਕਚੁਅਲ ਹੁੰਦਾ। ਹੁਣ ਮੈਂ ਫਿਰ ਇਹਦੇ 'ਚ ਕੀ ਕੀਤਾ ਕਿ ਦੋ ਧਾਰਾਵਾਂ ਉਹਦੇ 'ਚ ਹੀ ਬਣਾਈਆਂ, ਜਿਹੜੀ ਫੋਕ ਸਿੰਗਿੰਗ ਸੀ। ਉਹਦੇ 'ਚ ਇੱਕ ਬੰਨੇ ਹੈਗਾ ਮਨ ਮਰਾੜਾ ਵਾਲਾ ਹੈ, ਦੂਸਰੇ ਬੰਨੇ ਹੈਗਾ ਦੇਵ ਤਰੀਕਿਆਂ ਵਾਲਾ। ਹੁਣ ਦੇਵ ਤਰੀਕਿਆਂ ਵਾਲਾ ਇੰਨਾ ਐਂਟੀ ਵੂਮਨ ਹੈ, ਮਤਲਬ ਤੁਸੀਂ ਉਸ ਸਭ ਤੋਂ ਵੱਡਾ ਦੇਖੋ, ਇਸ ਵੇਲੇ ਮਾਨ ਮਰਾੜਾ ਵਾਲੇ ਨੂੰ ਉਸਨੂੰ ਵੱਡਾ ਸਮਝਿਆ ਜਾਂਦਾ ਉਸ ਖੇਤਰ ਦੇ ਵਿੱਚ। ਹਾਲਾਂਕਿ ਉਸ ਦੀ ਮਤਲਬ ਔਰਤ ਬਾਰੇ ਉਸ ਦੀਆਂ ਲਾਈਨਾਂ ਮੈਂ ਸੁਣਾ ਨਹੀਂ ਸਕਦਾ, ਜੋ ਤੁਸੀਂ ਸੁਣ ਲੈਂਦੇ ਹੋ ਸਾਰੇ, ਪਰ ਤੁਸੀਂ ਉਹ ਕੈਸਾ, ਔਰ ਉਸ ਦਾ ਆਈਡੀਅਲ ਕੌਣ ਆ? ਹਨੀ ਸਿੰਘ ਕੀ ਕਹਿੰਦਾ ਕਿ 365 ਚਲਿੱਤਰ ਨਾਰ ਦੇ 16 ਆਨੇ ਸੱਚ ਤਰੀਕੇ ਵਾਲਾ ਕਹਿ ਗਿਆ। ਇਹ ਤੀਸਰੀ ਪੀੜ੍ਹੀ ਤੱਕ ਉੱਥੇ ਜਾਂਦੇ ਮਤਲਬ 16 ਆਨੇ ਸੱਚ ਹੋ ਗਿਆ। ਔਰ ਸੇਮ ਹੀ ਹਨੀ ਸਿੰਘ ਦੀ ਆਈਡੀਓਲੋਜੀ ਅੱਜ ਕਦੇ ਉਸ ਦਾ ਰੈਪ ਹੈ ਨਾ, ਉਹਨੂੰ ਧਿਆਨ ਨਾਲ ਖੋਲ੍ਹ ਕੇ ਸੁਣੋ, ਉਸ 'ਚ ਕੋਈ ਫਰਕ ਨਹੀਂ ਹੈ ਦੇਵ ਤਰੀਕਿਆਂ ਵਾਲੇ 'ਚ ਤੇ ਉਹਦੇ 'ਚ, ਉਹ ਸੇਮ ਹੀ ਹੈ। ਔਰ ਚਮਕੀਲਾ ਦਾ ਵੀ ਵਿੱਚ ਨਾਲ ਟੱਚ। ਸੋ ਉਸ 'ਚ ਕੀ ਹੋਇਆ ਕਿ ਉਸ ਤੋਂ ਅਗਲਾ ਫਿਰ ਆਇਆ ਚਮਕੀਲਾ ਉਹਦਾ, ਉਸ ਤੋਂ ਬਾਅਦ ਆ ਗਿਆ ਗੁਰਦਾਸ ਮਾਨ। ਹੁਣ ਗੁਰਦਾਸ ਮਾਨ ਚਮਕੀਲੇ ਦੇ ਹੁੰਦਿਆਂ ਆਇਆ ਜ਼ਰੂਰ, ਪਰ ਟਿਕ ਨਹੀਂ ਸਕਿਆ। ਉਹ ਸਿਰਫ ਸਾਰੇ ਹਿੰਦੁਸਤਾਨ ਦੇ ਪੰਜਾਬੀਆਂ ਤੱਕ ਤੇ ਪਹੁੰਚ ਗਿਆ, ਸ਼ਹਿਰੀਆਂ ਤੱਕ ਵੀ ਪਹੁੰਚਿਆ, ਪਰ ਉਹ ਆਮ ਬੰਦੇ ਜਦੋਂ ਪੰਜਾਬੀ ਦਾ ਬਣਿਆ, ਉਹ 90 ਤੋਂ ਬਹੁਤ ਕਿਤੇ ਬਾਅਦ 'ਚ ਜਾ ਕੇ ਉਸ ਨੂੰ ਸ਼ੋਹਰਤ ਮਿਲਦੀ ਆ, ਪਰ ਉਨੀ ਅਜੇ ਵੀ ਨਹੀਂ ਮਿਲਦੀ ਜਿੰਨੀ ਚਮਕੀਲੇ ਨੂੰ ਮਿਲਦੀ ਹੈ ਜਾਂ ਹੋਰ ਨੂੰ। ਤਾਂ ਮੇਰਾ ਭਾਵ ਹੈ ਕਿ ਜਿਹੜੀ ਪੈਰਲਲ ਧਾਰਾ ਚੱਲਦੀ ਰਹੀ ਹੈ, ਹੁਣ ਬੱਬੂ ਮਾਨ ਵੀ ਉਹਨਾਂ ਚਾਹੁੰਦੇ ਆ, ਆਪਣਾ ਹਰਭਜਨ ਮਾਨ ਵੀ ਆਉਂਦਾ ਆ, ਕਮਲ ਗਰੇਵਾਲ ਵੀ ਉਹਨਾਂ ਚਾਹੁੰਦੇ ਨੇ, ਉਹ ਚੱਲ ਰਹੀ ਆ, ਪਰ ਡੋਮੀਨੇਟ ਧਾਰਾ ਜਿਹੜੀ ਹੈ ਨਾ, ਉਹ ਦੂਸਰੀ ਕਰ ਰਹੀ ਆ। ਹਾਂ, ਇੱਕ ਵੇਲੇ ਜਦੋਂ ਪੰਜਾਬ 'ਚ ਕਿਸਾਨ ਅੰਦੋਲਨ ਹੋ ਰਿਹਾ ਸੀ, ਉਸ ਵੇਲੇ ਉਹ ਧਾਰਾ ਨੂੰ ਥੋੜ੍ਹੀ ਸੱਟ ਵੱਜੀ ਸੀਗੀ, ਕਿਉਂਕਿ ਉਦੋਂ ਲੋਕਾਂ ਦੇ ਸਰੋਕਾਰ ਹੋਰ ਸਨ। ਇਹਦਾ ਮਤਲਬ ਹੈ ਕਿ ਜਿਹੜੇ ਲੋਕਾਂ ਦੇ ਸਰੋਕਾਰ ਹੁੰਦੇ ਨੇ, ਜੇ ਡਿਮਾਂਡ ਕਰਨ ਤੇ ਇਹਦਾ ਮਤਲਬ ਧਾਰਾ ਤੇ ਬਦਲ ਸਕਦੀ ਹੈ ਨਾ। ਇਹ ਤੇ ਲੋਕਾਂ ਨੂੰ ਵੀ ਆਪਣੇ ਆਪ ਨੂੰ ਆਰਗੇਨਾਈਜ਼ ਕਰਨਾ ਪਊਗਾ ਵੀ ਇਹ ਆਖਰ ਤੇ ਇਹ ਕਲਚਰ ਸਾਡਾ ਆਪਣਾ ਹੈਲਦੀ ਕਲਚਰ ਆ, ਸਾਡੇ ਔਰਤ ਮਰਦ ਦੀ ਬਰਾਬਰੀ ਦਾ ਕਲਚਰ ਹੋ ਰਿਹਾ ਕਿ ਕਿਸੇ ਹੋਰ ਦੀ ਡੋਮੀਨੇਸ਼ਨ ਦਾ ਕਲਚਰ ਹੋ ਰਿਹਾ। ਇਸ ਤੋਂ ਜਿਹੜੀ ਸਕੀਨ ਗੱਲ ਕਹਿ ਰਿਹਾ ਸੀ ਨਾ, ਉਹਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਗੱਲ ਮੈਨੂੰ ਲੱਗਦੀ ਆ, ਸਕੀਨ ਵੀ ਇਹਦੇ ਵਿੱਚ ਹੀ ਹੈ। ਮੈਂ ਉਹਦੇ ਪੂਰਕ ਵਜੋਂ ਮੈਂ ਗੱਲ ਕਰਦਾ ਕਿ ਇਹ ਜਿਹੜਾ 70ਵੇਂ ਅੰਕ ਤੋਂ ਹੀ ਨਾ ਸਾਡੇ ਅੱਤਵਾਦ ਸ਼ੁਰੂ ਹੋ ਜਾਂਦਾ ਹੈ, ਇੱਕ ਪੋਲੀਟੀਕਲ ਲੜਾਈ ਸ਼ੁਰੂ ਹੋ ਜਾਂਦੀ ਹੈ। ਔਰ ਉਹ 85ਵੇਂ ਤੱਕ ਆਉਂਦਾ ਜਿਵੇਂ ਇਹ ਪੀਕ ਤੇ ਜਾ ਰਹੇ ਨੇ, ਸਾਡੇ ਇੱਕ ਨਿਊ ਰਿਚ ਪੈਜੈਂਟਰੀ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਆਪਣੇ ਪੋਲੀਟੀਕਲ ਇੰਟਰਸਟ ਪੈਦਾ ਹੋ ਜਾਂਦੇ ਨੇ, ਜਿਵੇਂ ਤਸਕੀਨ ਨੇ ਦੱਸਿਆ, ਫਿਰ ਉਹ ਡੋਮੀਨੇਟ ਕਰ ਜਾਂਦੇ ਨੇ ਇਸ ਸਾਰੀ ਪੋਲੀਟਿਕਸ ਦੇ ਉੱਤੇ। ਤਾਂ ਉਹ ਇੱਕ 20 ਸਾਲ ਦਾ ਪੀਰੀਅਡ ਜਿਹੜਾ ਅਪੋਲੀਟੀਕਲ ਕਰਨ ਦਾ ਪੀਰੀਅਡ ਵੀ ਹੈ। ਅਪੋਲੀਟੀਕਲ, ਸਾਡੀਆਂ ਦੋ ਜਨਰੇਸ਼ਨਸ ਪੋਲੀਟੀਕਲ ਨਹੀਂ ਹੋਈਆਂ, ਵਾਂਚਡ ਪੋਲੀਟੀਕਲ। ਸਾਡੇ ਕੋਈ ਸਟੂਡੈਂਟ ਲਹਿਰ ਨਹੀਂ ਚੱਲ ਰਹੀ, ਕੋਈ ਸਟੂਡੈਂਟ ਯੂਨੀਅਨ ਨਹੀਂ ਚੱਲ ਰਹੀ, ਕੋਈ ਲੜਾਈ ਨਹੀਂ ਚੱਲ ਰਹੀ, ਕੋਈ ਕਲਚਰਲ ਤੁਹਾਡੇ ਕੋਈ ਲਹਿਰ ਨਹੀਂ ਚੱਲ ਰਹੀ, ਕੋਈ ਪੋਲੀਟੀਕਲ ਲਹਿਰ ਨਹੀਂ ਚੱਲ ਰਹੀ, ਕੋਈ ਸੋਸ਼ਲ ਲਹਿਰ ਨਹੀਂ ਚੱਲ ਰਹੀ।
ਇੱਕ ਸੁੰਨ ਹੈ ਲਗਭਗ 30 ਸਾਲ ਦੀ ਪੰਜਾਬ 'ਚ ਇੱਕ ਬਹੁਤ ਖਤਰਨਾਕ ਕਿਸਮ ਦੀ ਸੁੰਨ ਹੈ। ਉਹ ਜਦੋਂ ਉਹ ਸਿਨ ਹੋਏ ਕਿਉਂ ਕਿਸਾਨੀ ਬੇਰੀ ਕਿਉਂ 2 ਸਾਲ ਲੱਗੇ ਇਹਨਾਂ ਨੂੰ, ਇੱਕਦਮ ਮੁੰਡੇ ਜਿਹੜੇ ਚਿੱਟਾ ਉੜਤਾ ਪੰਜਾਬ ਸੀਗੇ ਸਾਰੇ ਉਹ ਸੇਵਾ ਨਹੀਂ ਕਰਦੇ ਦੇਖਿਆ ਸੀ, ਕਿੰਨੇ ਨੌਜਵਾਨ ਉੱਥੇ ਦਿਨ ਰਾਤ ਆਪ ਝਾੜੂ ਲਾਉਂਦੇ ਸੀ, ਆਪ ਉਹ ਸਾਰਾ ਚੈਨਲਾਈਜ਼ ਹੋ ਗਿਆ ਨਾ। ਉਹਦੇ ਤੋਂ ਪਹਿਲਾਂ ਸਾਡੇ ਕੋਲ ਲਹਿਰ ਜਦੋਂ ਨੈਕਸਲਾਈਟ ਲਹਿਰ ਆਉਂਦੀ ਹੈ ਉਸ ਵੇਲੇ ਕਿੰਨੇ ਲਿਟਰੇਚਰ ਵਾਲੇ ਪੈਦਾ ਹੋ ਰਹੇ ਨੇ। ਯਾਨੀ ਉਹ ਸਾਡੀ ਜਿਹੜੀ એનર્ਜੀ ਹੈ ਜਦੋਂ ਅਸੀਂ ਆਪੋਲੀਟੀਕਲ ਹੋ ਗਏ, ਸੁੰਨ ਹੋ ਗਏ, ਸਾਡੇ ਮਨਾਂ 'ਚ ਸਪੇਸ ਗੰਦੇ ਗਾਣਿਆਂ ਦੀ ਪੈਦਾ ਹੋ ਗਈ, ਅਸੀਂ ਚਿੱਟੇ ਤੇ ਚਲੇ ਗਏ। ਅਸੀਂ ਚਿੱਟਾ ਮੁੰਡਿਆਂ ਦਾ ਕਸੂਰ ਨਹੀਂ ਸੀ, ਉਹਨਾਂ ਨੇ ਚੈਨਲਾਈਜ਼ ਕਿਤੇ ਤਾਂ ਜਾਣਾ ਹੀ ਸੀ ਯਾਰ। ਆਫਟਰ ਆਲ ਇੰਨੀ ਫਰਸਟ੍ਰੇਸ਼ਨ ਹਿਜਰਤ ਦੀ ਗੱਲ ਜਿਹੜੀ ਤਸਕੀਨ ਨੇ ਕਰਦਾ। ਸਾਡੇ ਉੱਥੇ ਇੱਕ ਡੇਰਾ ਹੈ, ਉਹ ਬਾਬਾ ਤੱਲਣ ਉਹਨੂੰ ਕਹਿੰਦੇ ਤੱਲਣ ਸਾਹਿਬ, ਮੈਂ ਤਾਂ ਨਹੀਂ ਕਹਿੰਦਾ ਸਾਹਿਬ ਸੁਣੋ, ਬਾਬਾ ਉਹ ਬਣਾਉਂਦਾ ਹੁੰਦਾ ਸੀਗਾ ਖੂਹੀਆਂ, ਉਹ ਖੂਹ 'ਚ ਡਿੱਗ ਕੇ ਮਰ ਗਿਆ, ਉਹਨੂੰ ਸ਼ਹੀਦ ਕਹਿਤਾ। ਉੱਥੇ ਫਿਰ ਡੇਰਾ ਬਣ ਗਿਆ, ਗੁਰਦੁਆਰਾ ਸਾਹਿਬ ਬਣਿਆ ਹੋਇਆ, ਉੱਥੇ ਲੜਾਈਆਂ ਵੀ ਹੋਈਆਂ ਕਈ, ਮਤਲਬ ਜੋ ਪੰਜਾਬ ਦੇ ਸਮਾਜ 'ਚ ਡੇਰੇ ਵਧੇ ਨੇ। ਸੈਕੰਡ ਡੇਰੇ ਬਹੁਤ ਵਧੇ ਐਸੇ ਪੀਰੀਅਡ ਦੇ ਵਿੱਚ, ਉਹ ਵੀ ਉਹਦੀ ਸਾਰੀ ਦੀ ਸਾਰੀ ਕੰਟੀਨਿਊਏਸ਼ਨ ਹੈ ਜਾਂ ਉਹਦੀ ਦੇਣ ਹੈ। ਤੁਸੀਂ ਉੱਥੇ ਜਾਓ, ਜੇ ਕੋਈ ਜਲੰਧਰ ਗਿਆ ਨਾ ਥੋੜ੍ਹੀ ਨੇੜੇ ਹੀ ਆ, ਉੱਥੇ ਦੇਖ ਕੇ ਆਇਓ ਭਾਈ। ਉੱਥੇ ਮਹੀਨੇ ਦੇ ਉੱਥੇ ਨਾ ਸੁੱਖਣਾ ਸੁੱਖਦੇ ਆ ਮਾਮ ਕਿ ਅਸੀਂ ਬਾਹਰ ਜਾਈਏ ਬਾਬਾ, ਅਤੇ ਉਹਦੇ ਚੜ੍ਹਾਵੇ 'ਚ ਜਹਾਜ਼ ਟੋਏ ਖਿਡੌਣਾ ਜਿਹੜਾ ਹੁੰਦਾ ਵਧੀਆ ਤੋਂ ਵਧੀਆ ਉਹ ਚੜਾਉਂਦੇ ਆ। ਤੁਸੀਂ ਇਮੈਜਿਨ ਕਰੋਗੇ ਕਿੰਨੇ ਕੁ ਚੜ੍ਹਦੇ ਹੋਣਗੇ ਜਹਾਜ਼, ਕੋਈ ਸੋਚ ਸਕਦਾ? ਮਹੀਨੇ 'ਚ ਕਿੰਨੇ ਕੁ ਜਹਾਜ਼ ਚੜ੍ਹਦੇ ਹੋਣਗੇ ਕਿਤੇ ਮੱਥਾ ਟੇਕਣ ਵਾਲਿਆਂ ਦੇ? ਲੱਖਾਂ ਦੇ ਸਾਹਮਣੇ 10,000 ਜਹਾਜ਼ ਮਹੀਨੇ 'ਚ ਚੜ੍ਹਦਾ ਉੱਥੇ। ਉਹ ਮੈਨੇਜਰ ਮੇਰਾ ਦੋਸਤ ਹੈ, ਉਹਨਾਂ ਨੂੰ ਵਕਤ ਪਿਆ ਰਹਿੰਦਾ ਇਹ ਵੇਚੀਏ ਕਿੱਦਾਂ ਵਾਪਸ ਆਉਣੀ। ਯਾਰ ਤੁਸੀਂ ਪਾਗਲ ਹੋ ਜਾਓਗੇ। ਆਈਲਟਸ ਦੇ ਬੋਰਡ ਜਿੰਨੇ ਪੂਰੇ ਪੰਜਾਬ 'ਚ ਲੱਗੇ ਹੋਣਗੇ ਇਕੱਲੇ ਤੱਲਣ 'ਚ ਲੱਗੇ ਹੋਏ ਨੇ। ਤੱਲਣ ਦੇ ਲੋਕਾਂ ਦਾ ਰੁਜ਼ਗਾਰ ਐਸਾ, ਉਹ ਬੋਰਡਾਂ ਤੋਂ ਬਣਿਆ ਹੋਇਆ, ਤਾਂ ਰੌਣਕਾਂ ਲੱਗੀਆਂ ਹੋਈਆਂ। ਪਰ ਉੱਥੇ ਨਾਲ ਪੰਜਾਬ ਦੇ ਦੁੱਖ ਦੀ ਰਾਗ ਵੀ ਪਈ ਹੈ, ਬਹੁਤ ਜ਼ਿਆਦਾ ਦੁੱਖ ਦੀ ਰਾਗ ਹੈ ਇਹ। ਯਾਰ ਮੈਂ ਪੱਤਰਕਾਰ ਹਾਂ, ਮੈਂ ਰਾਈਟਰ ਨਹੀਂ ਹਾਂ ਨਾ, ਇਹਨਾਂ ਵਾਂਗ ਮੈਂ ਚਿੰਤਨ ਕਰਦਾ, ਮੈਂ ਪੱਤਰਕਾਰੀ ਕਰਦਾ। ਪੰਜਾਬ 'ਚ ਘੁੰਮਿਆ ਆਹ ਸਾਰਾ ਚੋਣਾਂ ਦੌਰਾਨ, ਸਾਰਾ ਪੰਜਾਬ ਘੁੰਮਿਆ। 20 ਸਾਲਾਂ 'ਚ ਪੰਜਾਬ 'ਚ 2 ਡਿਵੈਲਪਮੈਂਟਾਂ ਹੋਈਆਂ। ਖੁਸ਼ੀ ਵਾਲੀ ਗੱਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ, 2 ਡਿਵੈਲਪਮੈਂਟਾਂ ਹੋਈਆਂ। ਜਾਂ ਤਾਂ ਮੋਰਚਰੀਜ਼ ਬਣੀਆਂ ਪੰਜਾਬ ਦੇ ਪਿੰਡਾਂ 'ਚ ਜਿੱਥੇ ਲਾਸ਼ਾਂ ਰੱਖਦੇ ਆ, ਕਿਉਂਕਿ ਮੁੰਡੇ ਤਾਂ ਬਾਹਰ ਚਲੇ ਗਏ ਤਾਂ ਬੁੜੇ ਰਹਿ ਗਏ। ਉਹ ਮੁੰਡੇ ਨੇ ਕੈਨੇਡਾ ਤੋਂ ਆਉਣ ਲੱਗਿਆਂ ਲਾਉਣੇ ਆ 15 ਦਿਨ, ਉਹ ਬਾਬੇ ਦੀ ਲਾਸ਼ ਰੱਖ ਦਿਓ ਇੱਥੇ, ਆਊਗਾ ਤਾਂ ਫੂਕ ਜਾਊਗਾ। ਜਾਂ ਬਿਰਧ ਆਸ਼ਰਮ ਬਣੇ, ਬਹੁਤ ਵੱਡੀ ਗਿਣਤੀ 'ਚ ਪੰਜਾਬ 'ਚ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਮਾਪੇ ਬਿਰਧ ਆਸ਼ਰਮਾਂ 'ਚ ਰਹਿਣਗੇ। ਔਰ NRIs ਨੇ ਬਣਾਏ ਕਿਉਂਕਿ ਉਹਨਾਂ ਦੀ ਲੋੜ ਹੈ। ਮੈਂ ਆਪ ਡਿਪਰੈਸ਼ਨ 'ਚ ਆ ਗਿਆ। ਕਾਮਰੇਡਸ ਹਰਕਿਸ਼ਨ ਸਿੰਘ ਸੁਰਜੀਤ ਦਾ ਤੁਸੀਂ ਨਾਂ ਸੁਣਿਆ ਹੋਣਾ, ਇੱਕੋ ਇੱਕ ਪੰਜਾਬੀ ਸੀ ਜਿਹਨੇ ਬੰਗਾਲੀ ਨਹੀਂ ਟਿਕਣ ਦਿੱਤੇ ਕਮਿਊਨਿਸਟ ਪਾਰਟੀ 'ਚ। ਉਹਦਾ ਪਿੰਡ ਹੈ ਨਾ ਬਡਾਲਾ ਪਿੰਡ ਹੈ। 2 ਗੱਲਾਂ ਉਸ ਪਿੰਡ ਦੀਆਂ ਮੈਂ ਤੁਹਾਨੂੰ ਦੱਸਦਾ। ਹੋਰ ਕੀ ਕੀਤਾ ਪੰਜਾਬ ਨੇ, ਇਸ ਬੰਜਰ ਮਨ ਪੰਜਾਬ ਨੇ, ਇਸ ਸੁੰਨ ਹੋ ਗਏ ਪੰਜਾਬ ਨੇ ਹੋਰ ਕੀ ਕੀਤਾ? ਉਹਦੇ ਵਿੱਚ ਉਸ ਪਿੰਡ ਵਿੱਚ ਜੀ 28 ਗੁਰਦੁਆਰੇ ਨੇ। ਹਾਂ ਬੰਡਾਲਾ ਪਿੰਡ, ਯੈਸ। ਕੀ ਹੋਇਆ? ਅੱਗੇ ਜਾਤਾਂ ਦੇ ਆਧਾਰਿਤ ਹੁੰਦੇ ਸੀਗੇ, ਦਲਿਤਾਂ ਦਾ ਗੁਰਦੁਆਰਾ, ਰਾਮਗੜੀਆਂ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ, ਹੈ ਨਾ। ਉੱਥੇ ਜੱਟ ਜਿੰਨੇ ਗੋਤ ਨੇ ਨਾ, ਬਾਸੀ ਹੈ, ਜੋਧੇ ਨੇ, ਉਹਨਾਂ ਨੇ ਆਪਣੇ ਗੋਤ ਦੇ ਹਿਸਾਬ ਨਾਲ ਬਣਾ ਲਏ। ਉਹ ਮੈਂ ਇੱਕ ਦਿਨ ਉੱਥੇ ਸ਼ਾਮ ਚਲੇ ਗਿਆ, ਮੈਂ ਦੌੜਿਆ ਆ ਭਰਾਵਾ, ਮੈਂ ਰਾਤ ਰਹਿਣ ਗਿਆ ਸੀ। 6 ਵਜੇ ਮੈਂ ਆਪਣਾ ਮੋਟਰਸਾਈਕਲ ਚੱਕਿਆ ਤੇ ਆ ਗਿਆ। ਮੈਂ ਤੈਨੂੰ ਉਸ ਪਿੰਡ ਦੇ ਵਿੱਚ ਬਿਰਧ ਆਸ਼ਰਮ ਬਣ ਗਿਆ। ਮੈਂ ਉਹਨੂੰ ਕਵਰ ਕਰਨ ਚਲੇ ਗਿਆ, ਸਟੋਰੀ ਕਵਰ ਕਰਨ ਚਲੇ ਗਿਆ, ਕਿਉਂਕਿ ਅਸੀਂ ਪੱਤਰਕਾਰ ਵੀ ਇੰਨੇ ਗੁਰੂਹਰ ਨਹੀਂ ਹੁੰਦੇ ਜਿੰਨੇ ਉਹਨਾਂ ਨੂੰ ਦੇਖਿਆ ਜਾਂਦਾ ਵੀ ਯਾਰ ਇਹ ਤਾਂ ਲਾਸ਼ਾਂ ਲੂਸ਼ਾਂ ਇਹਨਾਂ ਨੂੰ ਕੱਖ ਨਹੀਂ ਹੁੰਦੀ, ਉਹ ਮਰਿਆ ਪਿਆ ਹੁੰਦਾ, ਉਹਦੀ ਘਰ ਵਾਲੀ ਨੂੰ ਪੁੱਛਣ ਡਏ ਹੁੰਦੇ ਅੱਛਾ ਹੁਣ ਤੂੰ ਦੱਸ ਕੀ ਆ। ਮੈਂ ਨਹੀਂ ਉੱਦਾਂ ਦਾ ਪੱਤਰਕਾਰ, ਮੈਂ ਨਹੀਂ ਜਾਂਦਾ ਕਿਸੇ ਦੇ, ਹੈ ਨਾ।
ਬਟ ਮੈਂ ਉਹ ਜਦੋਂ ਬਿਰਧ ਆਸ਼ਰਮ 'ਚ ਗਿਆ, ਮੈਂ 2 ਬਜ਼ੁਰਗਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ, ਮੈਂ ਡਿਪਰੈਸ਼ਨ 'ਚ ਚਲਿਆ ਗਿਆ। ਮੈਨੂੰ ਮੋਟਰਸਾਈਕਲ ਤੇ ਗਿਆ, ਮੈਨੂੰ ਕਾਰ 'ਚ ਲੈ ਕੇ ਆਉਣਾ ਪਿਆ। ਤੁਸੀਂ ਉਹਨਾਂ ਬਜ਼ੁਰਗਾਂ ਦੀਆਂ ਅੱਖਾਂ 'ਚ ਨਹੀਂ ਝਾਕ ਸਕਦੇ। ਜਿਹੜਾ ਬਜ਼ੁਰਗ 70 ਕਿੱਲਿਆਂ ਦਾ ਮਾਲਕ ਹੈ ਨਾ, ਉਹ ਬਿਰਧ ਆਸ਼ਰਮ 'ਚ ਜਦੋਂ ਬੈਠਾ ਹੈ, ਤੁਸੀਂ ਉਹਨਾਂ ਦੀਆਂ ਅੱਖਾਂ 'ਚ ਨਹੀਂ ਝਾਕ ਸਕਦੇ। ਇਹ ਦਿੱਤਾ ਸਾਨੂੰ ਹਰੀ ਕ੍ਰਾਂਤੀ ਨੇ, ਇਹ ਦਿੱਤਾ ਸਾਨੂੰ ਆਹ ਸਾਰੀ ਗਾਇਕੀ ਨੇ। ਔਰ ਇਹ ਇੰਟਰਲਿੰਕਡ ਹੈ ਸਾਰਾ ਕੁਝ। ਕੋਈ ਵੀ ਵਰਤਾਰਾ ਆਈਸੋਲੇਸ਼ਨ 'ਚ ਨਹੀਂ ਹੈ, ਇਟਸ ਏ ਕੌਨਸਪੀਰੇਸੀ। ਬਹੁਤ ਵੱਡੇ ਪੱਧਰ ਦੀ ਕੌਨਸਪੀਰੇਸੀ ਦਾ ਅਸੀਂ ਸ਼ਿਕਾਰ ਹੋਏ, ਤੇ ਸਾਨੂੰ ਮਿਲ ਗਏ ਜਿਨ੍ਹਾਂ ਦੇ ਸਿਰਾਂ 'ਚ ਤੂੜੀ